ਆਰਤੀ ਦਾ ਠੰਡਾ ਸਰੀਰ ਮੇਰੀਆਂ ਬਾਹਾਂ ਦੇ ਵਿੱਚ ਸੀ। ਮੈਂ ਉਸਨੂੰ ਆਵਾਜ਼ਾਂ ਮਾਰਿਆ ਸੀ, ਪਰ ਉਹ ਹੋਸ਼ ਦੇ ਵਿੱਚ ਨਹੀਂ ਆ ਰਹੀ ਸੀ। ਡਰ ਦੇ ਕਾਰਨ ਮੇਰੇ ਹੱਥ ਪੈਰ ਵੀ ਹੁਣ ਕੰਬਣ ਲੱਗੇ ਸਨ। ਮੈਂ ਇੱਧਰ ਉੱਧਰ ਦੇਖਿਆ ਤਾਂ ਸਾਹਮਣੇ ਮੈਨੂੰ ਇੱਕ ਝੌਂਪੜੀ ਦਿਖੀ ਸੀ। ਮੈਂ ਉਸਨੂੰ ਲੈ ਕੇ ਉੱਥੇ ਆ ਗਿਆ। ਇੱਕ ਟੁੱਟੇ ਹੋਏ ਮੰਜੇ ਤੇ ਮੈਂ ਉਸਨੂੰ ਪਾ ਦਿੱਤਾ। ਉਸਦਾ ਪੂਰਾ ਸਰੀਰ ਭਿੱਜਿਆ ਹੋਇਆ ਸੀ। ਠੰਡ ਦੇ ਕਾਰਨ ਉਹ ਕੰਬ ਰਹੀ ਸੀ। ਮੈਂ ਮੋਬਾਈਲ ਦੀ ਲਾਈਟ ਉਸਦੇ ਸਰੀਰ ਤੇ ਮਾਰੀ ਤਾਂ ਉਸਦੇ ਬੁੱਲ ਵੀ ਨੀਲੇ ਹੋ ਗਏ ਸਨ। ਮੈਂ ਹੌਲੀ ਹੌਲੀ ਉਸਦੇ ਵੱਲ ਵਧਣ ਲੱਗਿਆ। ਜੋ ਮੈਂ ਸੋਚ ਰਿਹਾ ਸੀ ਉਹ ਮੈਂ ਕਰਨਾ ਨਹੀਂ ਚਾਹੁੰਦਾ ਸੀ, ਪਰ ਇਹ ਕਰਨਾ ਜ਼ਰੂਰੀ ਸੀ। ਜੇਕਰ ਮੈਂ ਅਜਿਹਾ ਨਾ ਕਰਦਾ ਤਾਂ ਆਰਤੀ ਦੀ ਜਾਨ ਚਲੀ ਜਾਂਦੀ। ਮੈਂ ਇੱਕ ਪਲ ਦੇ ਲਈ ਉਸ ਲੜਕੀ ਦੇ ਵੱਲ ਦੇਖਿਆ। ਉਹ ਲੜਕੀ ਮੇਰੇ ਲਈ ਬਿਲਕੁਲ ਅਣਜਾਣ ਸੀ। ਮੈਂ ਉਸਨੂੰ ਨਹੀਂ ਜਾਣਦਾ ਸੀ, ਬਸ ਮੈਂ ਇੰਨਾ ਜਾਣਦਾ ਸੀ ਕਿ ਉਹ ਮੇਰੀ ਕਲਾਸ ਦੇ ਵਿੱਚ ਪੜ੍ਹਦੀ ਹੈ, ਮੇਰੇ ਹੀ ਕਾਲਜ ਦੀ ਲੜਕੀ ਹੈ। ਮੈਂ ਹੌਲੀ ਜਿਹੀ ਆਪਣੀ ਸ਼ਰਟ ਦੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ ਅਤੇ ਅਗਲੇ ਹੀ ਪਲ ਮੈਂ ਉਸਦੇ ਨੇੜੇ ਉਸਦੇ ਮੰਜੇ ਤੇ ਪੈ ਗਿਆ। ਹੌਲੀ ਹੌਲੀ ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ। ਰਾਤ ਹੌਲੀ ਹੌਲੀ ਬੀਤਦੀ ਜਾ ਰਹੀ ਸੀ। ਮੇਰੇ ਸਰੀਰ ਦੀ ਗਰਮੀ ਦੇ ਕਾਰਨ ਆਰਤੀ ਦੇ ਸਰੀਰ ਦੇ ਵਿੱਚ ਹਲਚਲ ਹੋਣ ਲੱਗੀ ਸੀ। ਜਦੋਂ ਮੇਰੇ ਹੱਥਾਂ ਨੇ ਆਰਤੀ ਦੇ ਨਰਮ ਸਰੀਰ ਨੂੰ ਛੂਹਿਆ ਤਾਂ ਮੇਰੇ ਸਰੀਰ ਦੇ ਵਿੱਚ ਇੱਕ ਬਿਜਲੀ ਜਿਹੀ ਦੌੜਨ ਲੱਗੀ ਸੀ। ਮੈਂ ਆਪਣੇ ਆਪ ਤੇ ਕੰਟਰੋਲ ਕਰਨ ਲੱਗਿਆ। ਮੈਂ ਇਹ ਨਹੀਂ ਚਾਹੁੰਦਾ ਸੀ, ਇਹ ਗਲਤ ਸੀ। ਉਹ ਇੱਕ ਅਣਜਾਣ ਲੜਕੀ ਹੈ, ਮੈਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਇਹ ਪਾਪ ਨਹੀਂ ਕਰਨਾ ਚਾਹੀਦਾ, ਪਰ ਉਸ ਸਮੇਂ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਮੇਰੇ ਦਿਮਾਗ ਤੇ ਸ਼ੈਤਾਨ ਸਵਾਰ ਹੋਣ ਲੱਗਿਆ ਅਤੇ ਫਿਰ ਕਦੋਂ ਮੈਂ ਆਪਣੇ ਸਰੀਰ ਦੀ ਗਰਮੀ ਦਿੰਦੇ ਦਿੰਦੇ ਮੈਂ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ। ਮੈਨੂੰ ਪਤਾ ਹੀ ਨਹੀਂ ਲੱਗਿਆ। ਮੇਰੇ ਪਾਪਾ ਇਸ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਹਨ ਅਤੇ ਮੈਂ ਆਪਣੇ ਪਿਓ ਦਾ ਇੱਕੋ ਇੱਕ ਬੇਟਾ। ਮੇਰੇ ਮਾਂ-ਬਾਪ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ, ਮੇਰੀਆਂ ਸਾਰੀਆਂ ਖੁਆਇਸ਼ਾਂ ਨੂੰ ਪੂਰਾ ਕਰਦੇ ਹਨ। ਮੇਰੇ ਫਰੈਂਡ ਸਰਕਲ ਦੇ ਵਿੱਚ ਲੜਕਿਆਂ ਦੇ ਨਾਲ ਨਾਲ ਲੜਕੀਆਂ ਵੀ ਹਨ। ਮੇਰੀ ਪਰਸਨੈਲਿਟੀ ਅਜਿਹੀ ਸੀ ਕਿ ਲੜਕੀਆਂ ਮੇਰੇ ਤੇ ਮਰਦੀਆਂ ਸਨ। ਮੇਰੇ ਨਾਲ ਸਮਾਂ ਗੁਜ਼ਾਰਨ ਨੂੰ ਉਹ ਆਪਣੀ ਖੁਸ਼ਕਿਸਮਤੀ ਸਮਝਦੀਆਂ ਸਨ। ਪਿਓ ਦੀ ਦੌਲਤ ਅਤੇ ਮੇਰੀ ਪਰਸਨੈਲਿਟੀ ਨੇ ਮੈਨੂੰ ਇੱਕ ਅਵਾਰਾ ਲੜਕਾ ਬਣਾ ਦਿੱਤਾ ਸੀ। ਮੈਨੂੰ ਕੋਈ ਵੀ ਲੜਕੀ ਦਿਖਦੀ ਤਾਂ ਮੈਂ ਉਸ ਨਾਲ ਗੱਲ ਕਰੇ ਬਿਨਾਂ ਨਹੀਂ ਰਹਿੰਦਾ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਣ ਮੈਨੂੰ ਲੜਕੀਆਂ ਦੀਆਂ ਬਾਹਾਂ ਦੇ ਵਿੱਚ ਸਕੂਨ ਮਿਲਣ ਲੱਗਿਆ ਸੀ। ਕੋਈ ਵੀ ਰਾਤ ਅਜਿਹੀ ਨਹੀਂ ਹੁੰਦੀ ਸੀ ਜਦੋਂ ਲੜਕੀਆਂ ਮੇਰੀਆਂ ਬਾਹਾਂ ਦੇ ਵਿੱਚ ਨਹੀਂ ਹੁੰਦੀਆਂ ਸਨ। ਪਰ ਇਹ ਵੀ ਇੱਕ ਸੱਚਾਈ ਸੀ ਕਿ ਮੈਂ ਅੱਜ ਤੱਕ ਕਿਸੇ ਲੜਕੀ ਦੇ ਨਾਲ ਜ਼ਬਰਦਸਤੀ ਨਹੀਂ ਕੀਤੀ ਸੀ, ਬਲਕਿ ਮੈਨੂੰ ਜ਼ਬਰਦਸਤੀ ਕਰਨ ਦੀ ਨੌਬਤ ਹੀ ਨਹੀਂ ਆਈ ਸੀ, ਕਿਉਂਕਿ ਮੇਰੀ ਇੱਕ ਨਿਗਾਹ ਹੀ ਕਾਫੀ ਹੁੰਦੀ ਸੀ ਅਤੇ ਲੜਕੀਆਂ ਖੁਦ ਬ ਖੁਦ ਮੇਰੇ ਵੱਲ ਖਿੱਚੀਆਂ ਜਾਂਦੀਆਂ। ਮੈਂ ਉਹਨਾਂ ਨੂੰ ਮਹਿੰਗੇ ਮਹਿੰਗੇ ਤੋਹਫੇ ਦਿੰਦਾ ਅਤੇ ਆਪਣੀਆਂ ਜਾਦੂ ਭਰੀਆਂ ਨਜ਼ਰਾਂ ਦੇ ਨਾਲ ਉਹਨਾਂ ਤੇ ਅਜਿਹਾ ਜਾਦੂ ਕਰਦਾ ਕਿ ਉਹ ਮੇਰੇ ਲਈ ਪਾਗਲ ਹੋ ਜਾਂਦੀਆਂ ਸਨ ਅਤੇ ਬਿਨਾਂ ਸੋਚੇ ਸਮਝੇ ਮੇਰੇ ਨਾਲ ਰਾਤ ਗੁਜ਼ਾਰਨ ਦੇ ਲਈ ਤਿਆਰ ਹੋ ਜਾਂਦੀਆਂ। ਕੁਝ ਲੜਕੀਆਂ ਮੇਰੀਆਂ ਇਹਨਾਂ ਗੱਲਾਂ ਨੂੰ ਸੱਚਾ ਪਿਆਰ ਸਮਝ ਲੈਂਦੀਆਂ। ਉਹ ਮੇਰੇ ਨਾਲ ਰਾਤ ਤਾਂ ਗੁਜ਼ਾਰ ਲੈਂਦੀਆਂ, ਪਰ ਉਹ ਇਸ ਤੋਂ ਬਾਅਦ ਇਸ ਰਿਸ਼ਤੇ ਨੂੰ ਹੋਰ ਵੀ ਅੱਗੇ ਵਧਾਉਣਾ ਚਾਹੁੰਦੀਆਂ, ਮੈਨੂੰ ਵਿਆਹ ਦੇ ਲਈ ਜ਼ੋਰ ਦਿੰਦੀਆਂ। ਪਰ ਮੈਂ ਵਿਆਹ ਵਰਗੇ ਕਲੇਸ਼ ਦੇ ਵਿੱਚ ਪੈਣਾ ਨਹੀਂ ਚਾਹੁੰਦਾ ਸੀ। ਹਾਲਾਂਕਿ ਮੇਰੇ ਮਾਂ-ਬਾਪ ਮੈਨੂੰ ਪਿਛਲੇ 2 ਸਾਲਾਂ ਤੋਂ ਵਿਆਹ ਦੇ ਲਈ ਜ਼ੋਰ ਦੇ ਰਹੇ ਸਨ। ਮੈਂ ਇੱਕੋ ਇੱਕ ਲੜਕਾ ਸੀ, ਇਸ ਕਰਕੇ ਮੇਰੇ ਮਾਤਾ-ਪਿਤਾ ਨੂੰ ਮੇਰੇ ਵਿਆਹ ਦੀ ਬਹੁਤ ਫਿਕਰ ਸੀ। ਉਹਨਾਂ ਨੇ ਤਾਂ ਆਪਣੇ ਬਿਜ਼ਨਸ ਪਾਰਟਨਰ ਦੇ ਨਾਲ ਮੇਰਾ ਰਿਸ਼ਤਾ ਵੀ ਜੋੜ ਦਿੱਤਾ ਸੀ। ਕਿਤੇ ਨਾ ਕਿਤੇ ਮੈਂ ਵੀ ਸੁਨੈਨਾ ਨੂੰ ਅੰਦਰ ਹੀ ਅੰਦਰ ਪਸੰਦ ਕਰਦਾ ਸੀ ਅਤੇ ਸੁਨੈਨਾ ਤਾਂ ਮੈਨੂੰ ਦਿਲ ਅਤੇ ਜਾਨ ਤੋਂ ਪਿਆਰ ਕਰਦੀ ਸੀ। ਉਹ ਮੇਰੇ ਰੰਗੀਨ ਸੁਭਾਅ ਨੂੰ ਵੀ ਜਾਣਦੀ ਸੀ। ਉਹ ਮੈਨੂੰ ਕਦੇ ਗੁੱਸੇ ਨਾਲ ਕਦੇ ਪਿਆਰ ਨਾਲ ਸਮਝਾਉਂਦੀ ਸੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਛੱਡ ਦਿਓ। ਕਦੇ ਕਦੇ ਉਹ ਰੋਣ ਵੀ ਲੱਗ ਜਾਂਦੀ ਸੀ, ਪਰ ਮੈਂ ਉਸ ਨੂੰ ਪਿਆਰ ਦੇ ਨਾਲ ਟਾਲ ਦਿੰਦਾ ਕਿ ਜੋ ਜਗ੍ਹਾ ਤੁਹਾਡੀ ਮੇਰੇ ਦਿਲ ਦੇ ਵਿੱਚ ਹੈ ਉਸ ਨੂੰ ਕੋਈ ਹੋਰ ਲੜਕੀ ਨਹੀਂ ਲੈ ਸਕਦੀ। ਜਦੋਂ ਮੈਂ ਕਿਸੇ ਲੜਕੀ ਨੂੰ ਇੱਕ ਵਾਰ ਵਰਤਦਾ ਤਾਂ ਦੁਬਾਰਾ ਉਸ ਦੇ ਨੇੜੇ ਨਹੀਂ ਜਾਂਦਾ ਸੀ। ਕੁਝ ਲੜਕੀਆਂ ਰੋਂਦੀਆਂ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਬਿਜੀ ਹੋ ਜਾਂਦੀਆਂ। ਕੁਝ ਲੜਕੀਆਂ ਹਾਸੀ ਖੁਸ਼ੀ ਮੇਰੀ ਜ਼ਿੰਦਗੀ ਦੇ ਵਿੱਚੋਂ ਖੁਦ ਹੀ ਨਿਕਲ ਜਾਂਦੀਆਂ। ਮੈਨੂੰ ਕੋਈ ਪਰਵਾਹ ਨਹੀਂ ਸੀ। ਮੈਂ ਮਸਤ ਹੋ ਕੇ ਆਪਣੀ ਜ਼ਿੰਦਗੀ ਜਿਉਂ ਰਿਹਾ ਸੀ। ਮੈਂ ਕਮਰਸ ਦੇ ਸੈਕੰਡ ਈਅਰ ਦੇ ਵਿੱਚ ਸੀ। ਪੜ੍ਹਾਈ ਦੇ ਵਿੱਚ ਮੈਂ ਕੁਝ ਜ਼ਿਆਦਾ ਖਾਸ ਚੰਗਾ ਨਹੀਂ ਸੀ, ਪਰ ਫਿਰ ਵੀ ਮੈਂ ਪੂਰੇ ਨੰਬਰਾਂ ਤੇ ਪਾਸ ਹੋ ਰਿਹਾ ਸੀ। ਮੇਰੀ ਕਲਾਸ ਦੇ ਵਿੱਚ ਇੱਕ ਲੜਕੀ ਸੀ ਜਿਸ ਦਾ ਨਾਮ ਆਰਤੀ ਸੀ। ਉਹ ਹਮੇਸ਼ਾ ਸ਼ਾਂਤ ਰਹਿੰਦੀ ਸੀ, ਸਿਰਫ ਪੜ੍ਹਾਈ ਤੇ ਧਿਆਨ ਦਿੰਦੀ। ਮੈਂ 1-2 ਵਾਰ ਨੋਟਿਸ ਕੀਤਾ ਸੀ, ਪਰ ਮੈਂ ਕਦੇ ਉਸਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ। ਉਹ ਇੱਕ ਆਮ ਸਧਾਰਨ ਘਰੇਲੂ ਟਾਈਪ ਦੀ ਲੜਕੀ ਸੀ ਅਤੇ ਮੈਨੂੰ ਲੱਗਿਆ ਕਿ ਉਹ ਮੇਰੇ ਟਾਈਪ ਦੀ ਲੜਕੀ ਨਹੀਂ ਹੈ, ਇਸ ਕਰਕੇ ਮੈਂ ਉਸਦੇ ਵੱਲ ਕਦੇ ਧਿਆਨ ਨਹੀਂ ਦਿੱਤਾ। ਪਰ ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਗੇ ਚੱਲ ਕੇ ਇਹ ਲੜਕੀ ਮੇਰੀ ਜ਼ਿੰਦਗੀ ਦੇ ਵਿੱਚ ਕੀ ਤੂਫਾਨ ਲੈ ਕੇ ਆਏਗੀ ਅਤੇ ਮੈਨੂੰ ਜ਼ਿੰਦਗੀ ਭਰ ਦੇ ਲਈ ਪਛਤਾਵੇ ਦੀ ਅੱਗ ਦੇ ਵਿੱਚ ਮੱਚਣ ਦੇ ਲਈ ਛੱਡ ਦੇਵੇਗੀ। ਮੈਂ ਨਾ ਜੀ ਸਕਾਂਗਾ ਨਾ ਮਰ ਸਕਾਂਗਾ। ਸਾਡੇ ਕਾਲਜ ਦੇ ਵਿੱਚ ਇੱਕ ਟ੍ਰਿਪ ਦੀਆਂ ਤਿਆਰੀਆਂ ਚੱਲ ਰਹੀਆਂ ਸਨ
ਅਤੇ ਮੇਰਾ ਦੋਸਤ ਰੌਣਕ ਮੈਨੂੰ ਉਸੇ ਟ੍ਰਿਪ ਦੇ ਬਾਰੇ ਹੀ ਦੱਸ ਰਿਹਾ ਸੀ। ਇਹ ਟ੍ਰਿਪ ਵਗੈਰਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ, ਕਿਉਂਕਿ ਮੈਂ ਹਮੇਸ਼ਾ ਕਾਲਜ ਦੇ ਬਾਹਰ ਵੀ ਘੁੰਮਣ ਦੇ ਲਈ ਜਾਂਦਾ ਰਹਿੰਦਾ ਸੀ, ਪਰ ਇਹ ਕਾਲਜ ਦਾ ਟ੍ਰਿਪ ਸੀ ਅਤੇ ਇਸ ਦੇ ਵਿੱਚ ਜਾਣ ਦਾ ਇੱਕ ਅਲੱਗ ਹੀ ਮਜ਼ਾ ਸੀ। ਇਸ ਕਰਕੇ ਮੈਂ ਵੀ ਥੋੜਾ ਉਤਸ਼ਾਹਿਤ ਹੋ ਗਿਆ ਸੀ। ਰੌਣਕ ਨੇ ਕਿਹਾ, ਯਾਰ ਮੇਰੇ ਟ੍ਰਿਪ ਦੇ ਪੈਸੇ ਵੀ ਤੂੰ ਹੀ ਭਰ ਦੇ, ਤੂੰ ਜਾਣਦਾ ਹੈ ਨਾ ਕਿ ਮੇਰੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ। ਮੈਂ ਉਸਦੇ ਪਿੱਠ ਤੇ ਹਲਕਾ ਜਿਹਾ ਮਾਰਿਆ। ਮੈਂ ਕਿਹਾ, ਜੇਕਰ ਤੂੰ ਨਾ ਵੀ ਕਹਿੰਦਾ ਤਾਂ ਵੀ ਮੈਂ ਤੇਰੇ ਪੈਸੇ ਭਰ ਦਿੰਦਾ। ਰੌਣਕ ਜ਼ੋਰ ਦੀ ਹੱਸਣ ਲੱਗਿਆ ਅਤੇ ਬੋਲਿਆ, ਯਾਰ ਤੂੰ ਵੀ ਕਮਾਲ ਹੈ। ਇੰਨੇ ਸਮੇਂ ਦੇ ਵਿੱਚ ਮੈਨੂੰ ਇੱਕ ਜਾਣੀ ਪਹਿਚਾਨੀ ਆਵਾਜ਼ ਸੁਣਾਈ ਦਿੱਤੀ, ਯਾਰ ਮੈਂ ਨਹੀਂ ਜਾ ਸਕਦੀ, ਤੂੰ ਜਾਣਦੀ ਹੈ ਨਾ ਕਿ ਮੰਮੀ ਪਾਪਾ ਇਜਾਜ਼ਤ ਨਹੀਂ ਦੇਣਗੇ। ਮੈਂ ਮੁੜ ਕੇ ਦੇਖਿਆ ਤਾਂ ਆਰਤੀ ਆਪਣੀ ਦੋਸਤ ਦੇ ਨਾਲ ਥੋੜੀ ਦੂਰੀ ਤੇ ਬੈਠੀ ਸੀ। ਉਸ ਦੀ ਦੋਸਤ ਕਹਿ ਰਹੀ ਸੀ, ਆਰਤੀ ਯਾਰ ਤੂੰ ਆਪਣੇ ਮਾਤਾ ਪਿਤਾ ਨੂੰ ਮਨਾ ਕੇ ਤਾਂ ਦੇਖ, ਇਹ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਆਉਣਗੇ। ਇਹ ਮਸਤੀ, ਇਹ ਯਾਦਾਂ ਸਾਨੂੰ ਜ਼ਿੰਦਗੀ ਭਰ ਯਾਦ ਰਹਿਣਗੀਆਂ, ਅਤੇ ਜੇਕਰ ਪੈਸਿਆਂ ਦੀ ਪ੍ਰੋਬਲਮ ਹੈ ਤਾਂ ਮੈਂ ਤੁਹਾਡੇ ਪੈਸੇ ਭਰ ਦਿਆਂਗੀ। ਉਸ ਲੜਕੀ ਨੇ ਜਵਾਬ ਦਿੱਤਾ ਕਿ ਪੈਸਿਆਂ ਦੀ ਪ੍ਰੋਬਲਮ ਨਹੀਂ ਹੈ, ਮੇਰੇ ਮੰਮੀ ਪਾਪਾ ਇੰਨਾ ਤਾਂ ਕਰ ਸਕਦੇ ਹਨ, ਪਰ ਉਹ ਮੈਨੂੰ ਇਕੱਲੇ ਨੂੰ ਟ੍ਰਿਪ ਤੇ ਜਾਣ ਦੀ ਇਜਾਜ਼ਤ ਨਹੀਂ ਦੇਣਗੇ। ਉਹਨਾਂ ਨੇ ਮੈਨੂੰ ਬਹੁਤ ਮੁਸ਼ਕਲ ਦੇ ਨਾਲ ਪੜ੍ਹਾਈ ਦੀ ਆਗਿਆ ਦਿੱਤੀ ਹੈ। ਉਸ ਦੀ ਦੋਸਤ ਕਹਿਣ ਲੱਗੀ ਕਿ ਤੂੰ ਚਿੰਤਾ ਨਾ ਕਰ, ਮੈਂ ਅੰਕਲ ਆਂਟੀ ਦੇ ਨਾਲ ਗੱਲ ਕਰਾਂਗੀ। ਅਤੇ ਫਿਰ ਉਹ ਦੋਨੋਂ ਗੱਲਾਂ ਕਰਦੀਆਂ ਹੋਈਆਂ ਚਲੀਆਂ ਗਈਆਂ ਸਨ। ਮੈਂ ਇਸ ਗੱਲ ਨੂੰ ਛੱਡਿਆ। ਖੈਰ ਟ੍ਰਿਪ ਦਾ ਦਿਨ ਆ ਗਿਆ ਸੀ। ਸਾਰੇ ਸਟੂਡੈਂਟ ਬੱਸ ਦੇ ਵਿੱਚ ਚੜ੍ਹ ਰਹੇ ਸਨ। ਆਖਰ ਦੇ ਵਿੱਚ ਉਹ ਲੜਕੀ ਆਰਤੀ ਵੀ ਬੱਸ ਦੇ ਵਿੱਚ ਚੜ੍ਹ ਗਈ। ਮੈਂ ਉਸਦੇ ਵੱਲ ਇੱਕ ਨਜ਼ਰ ਮਾਰੀ ਅਤੇ ਸੋਚਿਆ ਕਿ ਸ਼ਾਇਦ ਉਸ ਦੇ ਦੋਸਤ ਨੇ ਉਸ ਦੇ ਮਾਂ ਬਾਪ ਨੂੰ ਮਨਾ ਲਿਆ ਹੋਵੇਗਾ। ਸਾਡੀ ਬੱਸ ਇੱਕ ਥਾਂ ਤੇ ਰੁਕੀ ਜਿੱਥੇ ਸਾਰੇ ਸਟੂਡੈਂਟ ਬਾਹਰ ਦਾ ਨਜ਼ਾਰਾ ਲੈ ਰਹੇ ਸਨ। ਕੋਈ ਚਾਹ ਪੀ ਰਿਹਾ ਸੀ ਤਾਂ ਕੋਈ ਕੁਝ ਹੋਰ ਖਾਰੇ ਪੀ ਰਿਹਾ ਸੀ। ਮੈਨੂੰ ਸਿਰਗਟ ਪੀਣ ਦੀ ਇੱਛਾ ਹੋ ਰਹੀ ਸੀ, ਪਰ ਆਸੇ-ਪਾਸੇ ਕੋਈ ਸਿਰਗਟ ਦੀ ਦੁਕਾਨ ਨਹੀਂ ਸੀ। ਮੈਂ ਆਪਣੇ ਆਸੇ-ਪਾਸੇ ਦੇਖਿਆ ਤਾਂ ਦੂਰ ਮੈਨੂੰ ਇੱਕ ਛੋਟੀ ਜਿਹੀ ਦੁਕਾਨ ਦਿਖੀ। ਮੈਂ ਸੋਚਿਆ ਕਿ ਸ਼ਾਇਦ ਉੱਥੋਂ ਮੈਨੂੰ ਸਿਰਗਟ ਮਿਲ ਜਾਵੇ ਅਤੇ ਮੈਂ ਜਲਦੀ ਦੇ ਨਾਲ ਉਸਦੇ ਵੱਲ ਵਧਿਆ ਅਤੇ ਸਿਰਗਟ ਲੈ ਕੇ ਮੈਂ ਉੱਥੇ ਹੀ ਖੜ ਗਿਆ। ਉਸ ਸਮੇਂ ਹੀ ਮੇਰੇ ਫੋਨ ਦੀ ਘੰਟੀ ਵੱਜੀ। ਦੇਖਿਆ ਤਾਂ ਸੁਨੈਨਾ ਦਾ ਫੋਨ ਸੀ। ਮੈਂ ਸਿਰਗਟ ਪੀਂਦਾ ਹੋਇਆ ਉਸਦੇ ਨਾਲ ਗੱਲਾਂ ਕਰਨ ਲੱਗਿਆ ਅਤੇ ਸ਼ਾਇਦ ਗੱਲਾਂ ਦੇ ਵਿੱਚ ਇੰਨਾ ਗਵਾਚ ਗਿਆ ਕਿ ਆਸੇ-ਪਾਸੇ ਦੀ ਮੈਨੂੰ ਫਿਕਰ ਹੀ ਨਹੀਂ ਰਹੀ ਸੀ ਕਿ ਉਸ ਸਮੇਂ ਹੀ ਮੈਂ ਆਪਣੇ ਮੋਢੇ ਤੇ ਕਿਸੇ ਦਾ ਹੱਥ ਮਹਿਸੂਸ ਕੀਤਾ। ਮੁੜ ਕੇ ਦੇਖਿਆ ਤਾਂ ਆਰਤੀ ਮੇਰੇ ਸਾਹਮਣੇ ਖੜੀ ਸੀ। ਉਹ ਘਬਰਾ ਕੇ ਬੋਲੀ, ਮੈਂ ਤੁਹਾਨੂੰ ਕਦੋਂ ਤੋਂ ਆਵਾਜ਼ਾਂ ਮਾਰ ਰਹੀ ਹਾਂ, ਬੱਸ ਚੱਲਣ ਵਾਲੀ ਹੈ, ਜਲਦੀ ਚੱਲੋ ਨਹੀਂ ਤਾਂ ਬੱਸ ਨਿਕਲ ਜਾਵੇਗੀ। ਸਾਰੇ ਸਟੂਡੈਂਟ ਪਹਿਲਾਂ ਹੀ ਬੱਸ ਦੇ ਵਿੱਚ ਬੈਠ ਚੁੱਕੇ ਸਨ। ਮੈਂ ਘਬਰਾਉਂਦੇ ਹੋਏ ਨੇ ਆਪਣੇ ਸਿਰ ਤੇ ਹੱਥ ਮਾਰਿਆ ਤੇ ਜਲਦੀ ਨਾਲ ਬੱਸ ਦੇ ਵੱਲ ਭੱਜਣ ਲੱਗਿਆ। ਰਸਤੇ ਦੇ ਵਿੱਚ ਮੈਂ ਰੌਣਕ ਦਾ ਨੰਬਰ ਮਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਬੱਸ ਨੂੰ ਰੋਕ ਸਕੇ, ਪਰ ਉਸ ਦਾ ਫੋਨ ਨੈਟਵਰਕ ਏਰੀਆ ਤੋਂ ਬਾਹਰ ਸੀ ਅਤੇ ਅਸੀਂ ਪਹਾੜੀ ਅਤੇ ਜੰਗਲੀ ਇਲਾਕੇ ਦੇ ਵਿੱਚ ਸੀ ਜਿੱਥੇ ਸਿਗਨਲ ਬਹੁਤ ਘੱਟ ਸਨ। ਸੁਨੈਨਾ ਦੇ ਨਾਲ ਗੱਲ ਕਰਦੇ ਵੀ ਮੇਰਾ ਕਨੈਕਸ਼ਨ ਬਾਰ-ਬਾਰ ਕੱਟ ਰਿਹਾ ਸੀ ਅਤੇ ਹੁਣ ਤਾਂ ਪੂਰੀ ਤਰ੍ਹਾਂ ਫੋਨ ਕੱਟ ਚੁੱਕਿਆ ਸੀ। ਮੈਂ ਜਲਦੀ ਦੇ ਨਾਲ ਬੱਸ ਦੇ ਵੱਲ ਭੱਜਿਆ, ਪਰ ਪਿੱਛੇ ਮੁੜ ਕੇ ਦੇਖਿਆ ਤਾਂ ਆਰਤੀ ਮੇਰੇ ਨਾਲ ਨਹੀਂ ਭੱਜ ਸਕਦੀ ਸੀ। ਮੈਂ ਉਸ ਦੇ ਲਈ ਕੁਝ ਸਮਾਂ ਰੁਕਿਆ ਅਤੇ ਕਿਹਾ, ਜਲਦੀ ਚੱਲੋ, ਬੱਸ ਜਾ ਰਹੀ ਹੈ। ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਤੇਜ਼ੀ ਨਾਲ ਖਿੱਚਿਆ ਅਤੇ ਬੱਸ ਦੇ ਵੱਲ ਭੱਜਿਆ, ਪਰ ਕੁਝ ਹੀ ਸਮੇਂ ਦੇ ਵਿੱਚ ਬੱਸ ਸਾਡੀਆਂ ਅੱਖਾਂ ਤੋਂ ਦੂਰ ਹੋ ਗਈ। ਅਸੀਂ ਉੱਥੇ ਹੀ ਖੜੇ ਰਹਿ ਗਏ, ਬੱਸ ਨੂੰ ਜਾਂਦੀ ਹੋਈ ਨੂੰ ਦੇਖ ਰਹੇ ਸੀ। ਆਰਤੀ ਪਰੇਸ਼ਾਨ ਹੋ ਕੇ ਖੜੀ ਸੀ, ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਉਸਨੇ ਹੌਲੀ ਜਿਹੀ ਕਿਹਾ, ਬੱਸ ਚਲੀ ਗਈ, ਹੁਣ ਅਸੀਂ ਕੀ ਕਰਾਂਗੇ। ਮੈਂ ਵੀ ਨਿਰਾਸ਼ ਹੋ ਕੇ ਬੈਠ ਗਿਆ ਅਤੇ ਇੱਕ ਡੂੰਘਾ ਸਾਹ ਲਿਆ ਤੇ ਗੁੱਸੇ ਨਾਲ ਕਿਹਾ, ਤੁਸੀਂ ਬੱਸ ਮਿਸ ਕਿਉਂ ਕਰ ਦਿੱਤੀ? ਤੁਸੀਂ ਤਾਂ ਬੱਸ ਦੇ ਵਿੱਚ ਬੈਠ ਸਕਦੇ ਸੀ ਨਾ, ਕੀ ਜ਼ਰੂਰਤ ਸੀ ਤੁਹਾਨੂੰ ਮੇਰੇ ਕੋਲ ਆਉਣ ਦੀ? ਉਹ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗੀ ਅਤੇ ਕੰਬਦੀ ਹੋਈ ਆਵਾਜ਼ ਦੇ ਵਿੱਚ ਬੋਲੀ, ਮੈਂ ਤਾਂ ਤੁਹਾਨੂੰ ਦੂਰੋਂ ਹੀ ਆਵਾਜ਼ਾਂ ਮਾਰ ਰਹੀ ਸੀ। ਜਦੋਂ ਤੁਸੀਂ ਦੂਰੋਂ ਮੇਰੀ ਗੱਲ ਨਹੀਂ ਸੁਣੀ ਤਾਂ ਮੈਨੂੰ ਕੋਲੇ ਆਉਣਾ ਪਿਆ। ਤੁਹਾਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ, ਪਰ ਤੁਸੀਂ ਉਲਟਾ ਮੈਨੂੰ ਹੀ ਝਿੜਕ ਰਹੇ ਹੋ। ਉਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਮੈਂ ਉਸ ਦੀ ਡਰ ਅਤੇ ਘਬਰਾਹਟ ਨੂੰ ਦੇਖਦੇ ਹੋਏ ਕਿਹਾ ਕਿ ਅੱਛਾ ਠੀਕ ਹੈ, ਬੱਸ ਜ਼ਿਆਦਾ ਦੂਰ ਨਹੀਂ ਗਈ ਹੋਵੇਗੀ। ਇੱਥੋਂ 2-3 ਕਿਲੋਮੀਟਰ ਦੂਰੀ ਤੇ ਇੱਕ ਪਿਕਨਿਕ ਸਪੌਟ ਹੈ, ਬੱਸ ਉੱਥੇ ਹੀ ਰੁਕੇਗੀ, ਅਸੀਂ ਆਟੋ ਦੇ ਨਾਲ ਪਹੁੰਚ ਜਾਵਾਂਗੇ। ਮੈਂ ਇੱਕ ਆਟੋ ਵਾਲੇ ਨੂੰ ਰੋਕਿਆ ਅਤੇ ਅਸੀਂ ਦੋਨੋਂ ਉਸ ਦੇ ਵਿੱਚ ਸਵਾਰ ਹੋ ਗਏ। ਰਸਤੇ ਦੇ ਵਿੱਚ ਮੈਂ ਆਟੋ ਵਾਲੇ ਨੂੰ ਪਿਕਨਿਕ ਸਪੌਟ ਦਾ ਨਾਮ ਦੱਸ ਦਿੱਤਾ। ਉਹ ਸਾਨੂੰ ਉੱਥੇ ਛੱਡ ਕੇ ਚਲਾ ਗਿਆ। ਮੈਂ ਦੂਰ-ਦੂਰ ਤੱਕ ਦੇਖਿਆ, ਕੋਸ਼ਿਸ਼ ਕੀਤੀ ਕਿ ਆਪਣੇ ਦੋਸਤਾਂ ਨੂੰ ਲੱਭ ਸਕਾਂ, ਪਰ ਸਾਡੇ ਕਾਲਜ ਦਾ ਕੋਈ ਵੀ ਸਟੂਡੈਂਟ ਨਹੀਂ ਦਿਖਿਆ। ਮੈਂ ਸੋਚਾਂ ਦੇ ਵਿੱਚ ਪੈ ਗਿਆ ਕਿ ਉਹ ਲੋਕ ਇੱਥੇ ਨਹੀਂ ਆਏ ਸਨ। ਫੋਨ ਦਾ ਨੈਟਵਰਕ ਵੀ ਕੰਮ ਨਹੀਂ ਕਰ ਰਿਹਾ ਸੀ ਅਤੇ ਆਰਤੀ ਤਾਂ ਆਪਣਾ ਫੋਨ ਬੱਸ ਦੇ ਵਿੱਚ ਹੀ ਛੱਡ ਆਈ ਸੀ। ਆਪਣੇ ਦੋਸਤਾਂ ਨੂੰ ਲੱਭਦੇ ਹੋਏ ਮੈਂ ਆਰਤੀ ਦਾ ਹੱਥ ਫੜ ਕੇ ਅੱਗੇ ਵਧਦਾ ਜਾ ਰਿਹਾ ਸੀ। ਸ਼ਾਮ ਢਲਣ ਲੱਗੀ ਸੀ ਅਤੇ ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਅਸੀਂ ਜ਼ਿਆਦਾ ਹੀ ਸੰਘਣੇ ਜੰਗਲ ਦੇ ਵਿੱਚ ਆ ਗਏ ਸੀ। ਮੈਂ ਘਬਰਾ ਕੇ ਵਾਪਸ ਮੁੜ
ਲੱਗਿਆ, ਪਰ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਮੈਨੂੰ ਯਾਦ ਹੀ ਨਹੀਂ ਆ ਰਿਹਾ ਸੀ ਕਿ ਅਸੀਂ ਕਿਸ ਰਸਤੇ ਤੋਂ ਆਏ ਸੀ। ਚਾਰੇ ਪਾਸੇ ਇੱਕ ਤਰ੍ਹਾਂ ਦੇ ਹੀ ਰਸਤੇ ਸਨ। ਮੈਨੂੰ ਪਰੇਸ਼ਾਨ ਦੇਖ ਕੇ ਆਰਤੀ ਵੀ ਘਬਰਾ ਗਈ। ਉਸਨੇ ਪਰੇਸ਼ਾਨ ਹੋ ਕੇ ਕਿਹਾ, ਕੀ ਹੋਇਆ? ਮੈਂ ਹੌਲੀ ਜਿਹੀ ਆਵਾਜ਼ ਦੇ ਵਿੱਚ ਕਿਹਾ ਕਿ ਸ਼ਾਇਦ ਅਸੀਂ ਰਾਸਤਾ ਭਟਕ ਚੁੱਕੇ ਹਾਂ। ਮੇਰੀ ਗੱਲ ਸੁਣਦੇ ਹੀ ਉਸਦਾ ਚਿਹਰਾ ਪੀਲਾ ਪੈ ਗਿਆ। ਉਹ ਡਰਦੀ ਹੋਈ ਬੋਲੀ, ਹੁਣ ਅਸੀਂ ਕੀ ਕਰਾਂਗੇ? ਰਾਤ ਵੀ ਹੋਣ ਵਾਲੀ ਹੈ। ਇਸ ਜੰਗਲ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਇਸ ਜੰਗਲ ਦੇ ਵਿੱਚ ਜੰਗਲੀ ਜਾਨਵਰ ਵੀ ਹੋ ਸਕਦੇ ਹਨ। ਮੈਂ ਉਸਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, ਕੁਝ ਨਹੀਂ ਹੋਵੇਗਾ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਪਰ ਸੱਚ ਤਾਂ ਇਹ ਸੀ ਕਿ ਮੈਂ ਵੀ ਅੰਦਰੋਂ ਡਰ ਗਿਆ ਸੀ। ਇਹ ਸੰਘਣਾ ਜੰਗਲ ਅਤੇ ਰਾਤ ਦਾ ਵੱਧਦਾ ਹੋਇਆ ਹਨੇਰਾ ਮਾਹੌਲ ਨੂੰ ਹੋਰ ਵੀ ਡਰਾਵਣਾ ਬਣਾ ਰਿਹਾ ਸੀ। ਉੱਪਰੋਂ ਅਸਮਾਨ ਦੇ ਵਿੱਚ ਕਾਲੇ ਬੱਦਲ ਛਾ ਗਏ ਸੀ। ਮੈਂ ਜਲਦਬਾਜ਼ੀ ਦੇ ਵਿੱਚ ਰਾਸਤਾ ਲੱਭਣ ਦੀ ਕੋਸ਼ਿਸ਼ ਕਰਨ ਲੱਗਿਆ। ਮੈਂ ਜਿੰਨੀ ਕੋਸ਼ਿਸ਼ ਕਰ ਰਿਹਾ ਸੀ ਓਨਾ ਹੀ ਮੈਨੂੰ ਲੱਗ ਰਿਹਾ ਸੀ ਕਿ ਅਸੀਂ ਜੰਗਲ ਦੇ ਵਿੱਚ ਹੋਰ ਗੁੰਮ ਹੋ ਰਹੇ ਸੀ। ਹੁਣ ਰਾਤ ਵੀ ਪੈ ਗਈ ਸੀ, ਸਾਹਮਣੇ ਕੁਝ ਵੀ ਸਾਫ਼ ਨਹੀਂ ਦਿਖ ਰਿਹਾ ਸੀ। ਮੈਂ ਮੋਬਾਈਲ ਦੀ ਟਾਰਚ ਜਗਾਈ ਅਤੇ ਰਾਸਤਾ ਦੇਖਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਆਰਤੀ ਗੁੱਸੇ ਦੇ ਵਿੱਚ ਫਟ ਪਈ। ਇਹ ਸਭ ਕੁਝ ਤੁਹਾਡੀ ਵਜ੍ਹਾ ਦੇ ਕਾਰਨ ਹੋਇਆ ਹੈ। ਕੀ ਜ਼ਰੂਰਤ ਸੀ ਤੁਹਾਨੂੰ ਇੰਨੀ ਦੂਰ ਜਾ ਕੇ ਸਿਰਗਟ ਪੀਣ ਦੀ? ਤੁਹਾਡੇ ਕਾਰਨ ਸਾਡੀ ਬੱਸ ਮਿਸ ਹੋ ਗਈ ਹੈ। ਮੈਂ ਗੁੱਸੇ ਦੇ ਨਾਲ ਕਿਹਾ, ਬਕਵਾਸ ਨਾ ਕਰੋ, ਮੈਂ ਆਪਣੀ ਮੁਸੀਬਤ ਖੁਦ ਸੰਭਾਲ ਸਕਦਾ ਸੀ। ਤੁਹਾਨੂੰ ਕੀ ਜ਼ਰੂਰਤ ਸੀ ਮੇਰੇ ਕੋਲ ਆਉਣ ਦੀ? ਤੁਸੀਂ ਤਾਂ ਬੱਸ ਦੇ ਵਿੱਚ ਬੈਠ ਸਕਦੇ ਸੀ ਨਾ। ਹੁਣ ਚੁੱਪਚਾਪ ਮੇਰੇ ਨਾਲ ਚੱਲੋ, ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ ਹੈ। ਇੱਕ ਤਾਂ ਮੈਂ ਤੁਹਾਡੀ ਜ਼ਿੰਮੇਵਾਰੀ ਚੱਕ ਰਿਹਾ ਹਾਂ ਅਤੇ ਤੁਸੀਂ ਉੱਪਰੋਂ ਮੇਰੇ ਤੇ ਹੀ ਗੁੱਸਾ ਹੋ ਰਹੇ ਹੋ। ਆਰਤੀ ਦੀਆਂ ਅੱਖਾਂ ਦੇ ਵਿੱਚ ਹੁਣ ਗੁੱਸਾ ਭਰ ਆਇਆ। ਕਹਿਣ ਲੱਗੀ, ਤੁਹਾਨੂੰ ਮੇਰੀ ਜ਼ਿੰਮੇਵਾਰੀ ਚੱਕਣ ਦੀ ਜ਼ਰੂਰਤ ਨਹੀਂ ਹੈ। ਮੈਂ ਖੁਦ ਆਪਣੇ ਪੈਰਾਂ ਤੇ ਚੱਲ ਸਕਦੀ ਹਾਂ ਅਤੇ ਦੇਖ, ਮੈਂ ਤੁਹਾਡੇ ਤੋਂ ਪਹਿਲਾਂ ਹੀ ਰਾਸਤਾ ਲੱਭ ਲਵਾਂਗੀ। ਇਹ ਕਹਿ ਕੇ ਉਹ ਦੂਜੀ ਦਿਸ਼ਾ ਦੇ ਵਿੱਚ ਜਾਣ ਲੱਗੀ। ਮੈਂ ਉਸਨੂੰ ਰੋਕਣ ਦੇ ਲਈ ਆਵਾਜ਼ਾਂ ਮਾਰਨ ਦਾ ਸੋਚਿਆ, ਪਰ ਗੁੱਸੇ ਦੇ ਵਿੱਚ ਮੈਂ ਚੁੱਪ ਰਿਹਾ ਅਤੇ ਉਸ ਨੂੰ ਜਾਣ ਦਿੱਤਾ ਕਿ ਉਸ ਸਮੇਂ ਹੀ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਅਸੀਂ ਦੋਵੇਂ ਹੀ ਬੁਰੀ ਤਰ੍ਹਾਂ ਫਸ ਗਏ ਸੀ ਅਤੇ ਹੁਣ ਹਾਲਾਤ ਹੋਰ ਵੀ ਖਰਾਬ ਹੋ ਚੁੱਕੇ ਸਨ। ਇਸ ਅਚਾਨਕ ਹੋਣ ਵਾਲੀ ਬਾਰਿਸ਼ ਤੇ ਮੈਂ ਘਬਰਾ ਗਿਆ। ਮੈਂ ਉਸ ਦਿਸ਼ਾ ਦੇ ਵੱਲ ਦੇਖਿਆ ਜਿੱਥੇ ਆਰਤੀ ਗਈ ਸੀ, ਪਰ ਹੁਣ ਉਹ ਕਿਤੇ ਵੀ ਨਹੀਂ ਦਿਖ ਰਹੀ ਸੀ ਕਿ ਉਸ ਸਮੇਂ ਹੀ ਇੱਕ ਜ਼ੋਰਦਾਰ ਚੀਕ ਸੁਣ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ। ਮੈਂ ਤੇਜ਼ੀ ਦੇ ਨਾਲ ਉਸਦੇ ਵੱਲ ਭੱਜਿਆ ਤੇ ਦੇਖਿਆ ਕਿ ਆਰਤੀ ਇੱਕ ਦਰਖਤ ਦੇ ਹੇਠਾਂ ਖੜੀ ਹੈ। ਉਸ ਦਾ ਚਿਹਰਾ ਡਰ ਦੇ ਕਾਰਨ ਪੀਲਾ ਪੈ ਚੁੱਕਿਆ ਸੀ। ਮੈਂ ਕੋਲ ਜਾ ਕੇ ਦੇਖਿਆ। ਮੈਂ ਕਿਹਾ, ਕੀ ਹੋਇਆ? ਤੁਸੀਂ ਕਿਉਂ ਚੀਕ ਰਹੇ ਹੋ? ਉਹ ਬੋਲੀ, ਕਬੀਰ, ਮੇਰੇ ਪੈਰ ਤੇ ਕੁਝ ਹੈ। ਜਦੋਂ ਮੈਂ ਫੋਨ ਦੀ ਲਾਈਟ ਜਗਾਈ ਅਤੇ ਦੇਖਿਆ ਤਾਂ ਇੱਕ ਕੀੜਾ ਉਸਦੇ ਪੈਰ ਤੇ ਚੜ ਗਿਆ ਸੀ। ਮੈਂ ਗੁੱਸੇ ਦੇ ਨਾਲ ਕਿਹਾ ਕਿ ਬੇਵਕੂਫ ਲੜਕੀ, ਇਸ ਨੂੰ ਪਰੇ ਕਰ ਦਿਓ। ਇਹ ਇੱਕ ਛੋਟਾ ਜਿਹਾ ਕੀੜਾ ਹੈ, ਇਹ ਖੁਦ ਹੀ ਭੱਜ ਜਾਵੇਗਾ। ਉਸਨੇ ਪੈਰ ਨੂੰ ਝਟਕਾਇਆ ਤਾਂ ਉਹ ਕੀੜਾ ਦੂਰ ਜਾ ਕੇ ਡਿੱਗਿਆ ਸੀ ਅਤੇ ਆਰਤੀ ਦੀ ਜਾਨ ਦੇ ਵਿੱਚ ਜਾਨ ਆਈ ਸੀ। ਪਰ ਹੁਣ ਬਾਰਿਸ਼ ਬਹੁਤ ਤੇਜ਼ ਹੋ ਗਈ ਸੀ। ਮੈਂ ਕਿਹਾ ਕਿ ਜੇਕਰ ਅਸੀਂ ਜੰਗਲ ਦੇ ਵਿੱਚੋਂ ਨਹੀਂ ਨਿਕਲੇ, ਜਾਂ ਤਾਂ ਅਸੀਂ ਠੰਡ ਦੇ ਕਾਰਨ ਮਰ ਜਾਵਾਂਗੇ ਜਾਂ ਫਿਰ ਜੰਗਲੀ ਜਾਨਵਰ ਸਾਡਾ ਸ਼ਿਕਾਰ ਕਰ ਲੈਣਗੇ। ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਦੇ ਵਿੱਚ ਡਰ ਆ ਗਿਆ। ਕਹਿਣ ਲੱਗੇ, ਤੁਸੀਂ ਤਾਂ ਮੈਨੂੰ ਹੋਰ ਵੀ ਡਰਾ ਰਹੇ ਹੋ। ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਮੈਂ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, ਦੇਖੋ, ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ, ਸਾਨੂੰ ਅੱਗੇ ਵਧਦੇ ਰਹਿਣਾ ਚਾਹੀਦਾ ਹੈ, ਸ਼ਾਇਦ ਸਾਨੂੰ ਰਾਸਤਾ ਮਿਲ ਜਾਵੇ। ਮੈਂ ਆਰਤੀ ਦਾ ਹੱਥ ਫੜ ਕੇ ਤੁਰਨ ਲੱਗਿਆ, ਪਰ ਦਰਦ ਦੇ ਕਾਰਨ ਆਰਤੀ ਦੀ ਚੀਕ ਨਿਕਲ ਗਈ ਸੀ। ਮੈਂ ਕਿਹਾ, ਹੁਣ ਕੀ ਹੋਇਆ? ਕਹਿਣ ਲੱਗੀ, ਮੇਰੇ ਪੈਰ ਦੇ ਵਿੱਚ ਕੋਈ ਚੀਜ਼ ਚੁੱਭ ਗਈ ਹੈ। ਮੈਂ ਰੌਸ਼ਨੀ ਮਾਰ ਕੇ ਦੇਖਿਆ ਤਾਂ ਉਸਦੇ ਪੈਰ ਦੇ ਵਿੱਚ ਇੱਕ ਕੰਚ ਦਾ ਟੁਕੜਾ ਚੁਭਿਆ ਹੋਇਆ ਸੀ। ਮੈਂ ਹੌਲੀ ਜਿਹੀ ਉਸ ਨੂੰ ਬਾਹਰ ਕੱਢਿਆ, ਪਰ ਫਿਰ ਵੀ ਪੈਰ ਦੇ ਵਿੱਚੋਂ ਖੂਨ ਨਿਕਲਣ ਲੱਗਿਆ ਸੀ। ਮੈਂ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਅਤੇ ਉਸ ਦੇ ਪੈਰ ਨੂੰ ਬੰਨ੍ਹ ਦਿੱਤਾ, ਪਰ ਹੁਣ ਉਸ ਨੂੰ ਤੁਰਨ ਦੇ ਵਿੱਚ ਦਿੱਕਤ ਹੋ ਰਹੀ ਸੀ। ਬਾਰਿਸ਼ ਤੇਜ਼ ਹੋ ਰਹੀ ਸੀ ਅਤੇ ਮੌਸਮ ਠੰਡਾ ਹੋਣ ਲੱਗਿਆ ਸੀ। ਆਰਤੀ ਠੰਡ ਦੇ ਕਾਰਨ ਹੁਣ ਥਰ-ਥਰ ਕੰਬ ਰਹੀ ਸੀ। ਮੈਂ ਉੱਚੀ ਜਗ੍ਹਾ ਦੇਖੀ ਅਤੇ ਉਸ ਨੂੰ ਬਾਹਾਂ ਦੇ ਵਿੱਚ ਚੱਕ ਲਿਆ। ਮੇਰੇ ਇਸ ਤਰ੍ਹਾਂ ਚੱਕਣ ਤੇ ਉਹ ਪਰੇਸ਼ਾਨ ਹੋ ਗਈ। ਕਹਿਣ ਲੱਗੀ, ਤੁਸੀਂ ਇਹ ਕੀ ਕਰ ਰਹੇ ਹੋ? ਮੈਨੂੰ ਹੇਠਾਂ ਉਤਾਰੋ। ਮੈਂ ਗੁੱਸੇ ਨਾਲ ਕਿਹਾ, ਚੁੱਪ ਰਹੋ, ਤੁਸੀਂ ਦੇਖ ਰਹੇ ਹੋ ਨਾ ਕਿ ਰਾਸਤੇ ਦੇ ਵਿੱਚ ਕਿੰਨਾ ਚਿੱਕੜ ਵੱਧ ਰਿਹਾ ਹੈ। ਜੇਕਰ ਅਸੀਂ ਹੌਲੀ-ਹੌਲੀ ਤੁਰਦੇ ਰਹੇ ਤਾਂ ਸਾਡਾ ਤੁਰਨਾ ਵੀ ਮੁਸ਼ਕਲ ਹੋ ਜਾਵੇਗਾ। ਮੈਂ ਉਸ ਨੂੰ ਲੈ ਕੇ ਇੱਕ ਉੱਚੇ ਦਰਖਤ ਦੇ ਹੇਠਾਂ ਆ ਗਿਆ ਜਿੱਥੇ ਚਿੱਕੜ ਨਹੀਂ ਸੀ। ਮੈਂ ਉਸ ਨੂੰ ਉੱਥੇ ਹੀ ਉਤਾਰ ਦਿੱਤਾ, ਪਰ ਮੇਰੇ ਮਨ ਦੇ ਵਿੱਚ ਅੱਗੇ ਆਉਣ ਵਾਲੇ ਹਾਲਾਤਾਂ ਨੂੰ ਲੈ ਕੇ ਡਰ ਪੈਦਾ ਹੋ ਰਿਹਾ ਸੀ। ਰਾਤ ਹੋ ਰਹੀ ਸੀ ਅਤੇ ਬਾਰਿਸ਼ ਤੇਜ਼ ਸੀ। ਠੰਡ ਮੈਨੂੰ ਵੀ ਲੱਗ ਰਹੀ ਸੀ, ਪਰ ਮੈਂ ਮਰਦ ਸੀ, ਮੈਂ ਸਹਿ ਸਕਦਾ ਸੀ। ਆਰਤੀ ਇੱਕ ਨਾਜ਼ੁਕ ਜਿਹੀ ਲੜਕੀ ਸੀ, ਉਹ ਠੰਡ ਦੇ ਮਾਰੇ ਕੰਬ ਰਹੀ ਸੀ ਕਿ ਉਸ ਸਮੇਂ ਹੀ ਅਚਾਨਕ ਆਰਤੀ ਮੇਰੇ ਗਲ ਨਾਲ ਲੱਗ ਗਈ। ਮੈਂ ਹੈਰਾਨ ਹੋ ਕੇ ਉਸਦੇ ਵੱਲ ਦੇਖਿਆ। ਉਸ ਦੀਆਂ ਗੱਲਾਂ ਠੰਡ ਦੇ ਨਾਲ ਲਾਲ ਹੋ ਰਹੀਆਂ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਹੋਸ਼ ਦੇ ਵਿੱਚ ਨਹੀਂ ਹੈ। ਮੈਂ ਕਿਹਾ, ਆਰਤੀ, ਹੋਸ਼ ਦੇ ਵਿੱਚ ਆਓ, ਕੀ ਹੋ ਰਿਹਾ ਹੈ ਤੁਹਾਨੂੰ? ਮੀਂਹ ਇੰਨਾ ਤੇਜ਼ ਸੀ ਕਿ ਦਰਖਤ ਹੇਠਾਂ ਵੀ ਅਸੀਂ ਭਿੱਜ ਰਹੇ ਸੀ। ਮੈਂ ਉਸ ਨੂੰ ਤਸੱਲੀ ਦਿੱਤੀ ਕਿ ਸ਼ਾਂਤ ਰਹੋ, ਕਿ ਕੁਝ ਹੀ ਸਮੇਂ
ਦੇ ਵਿੱਚ ਬਾਰਿਸ਼ ਰੁਕ ਜਾਵੇਗੀ ਅਤੇ ਫਿਰ ਅਸੀਂ ਘਰ ਦੇ ਵੱਲ ਚੱਲਾਂਗੇ। ਆਰਤੀ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਮਹਿਸੂਸ ਕਰ ਸਕਦਾ ਸੀ ਕਿ ਠੰਡ ਦੇ ਕਾਰਨ ਉਸ ਦੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ। ਉਸ ਦੇ ਬੁੱਲ ਵੀ ਨੀਲੇ ਪੈ ਗਏ ਸਨ ਅਤੇ ਫਿਰ ਦੇਖਦੇ ਹੀ ਦੇਖਦੇ ਉਹ ਜ਼ਮੀਨ ਤੇ ਬੈਠ ਗਈ। ਕਹਿਣ ਲੱਗੀ, ਕਬੀਰ, ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਖੂਨ ਮੇਰੇ ਸਰੀਰ ਦੇ ਵਿੱਚ ਜੰਮ ਰਿਹਾ ਹੈ। ਮੈਂ ਉਸ ਦੇ ਕੋਲ ਬੈਠ ਗਿਆ। ਮੈਂ ਕਿਹਾ, ਆਰਤੀ, ਤੁਸੀਂ ਹੋਸ਼ ਦੇ ਵਿੱਚ ਆਓ, ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਫਿਰ ਇਹ ਦੂਰ ਕਿਤੇ ਬਿਜਲੀ ਖੜਕਣ ਦੀ ਆਵਾਜ਼ ਆਈ ਸੀ। ਆਰਤੀ ਇੱਕਦਮ ਉੱਠ ਕੇ ਖੜੀ ਹੋ ਗਈ ਅਤੇ ਅਗਲੇ ਹੀ ਪਲ ਮੇਰੇ ਗਲ ਦੇ ਨਾਲ ਲੱਗ ਗਈ। ਮੈਂ ਉਸਨੂੰ ਆਪਣੇ ਆਪ ਤੋਂ ਦੂਰ ਕਰਨਾ ਚਾਹੁੰਦਾ ਸੀ, ਪਰ ਮੈਂ ਅਜਿਹਾ ਨਹੀਂ ਕਰ ਸਕਿਆ। ਜੇਕਰ ਠੰਡ ਦੇ ਮਾਰੇ ਉਹ ਬੇਹੋਸ਼ ਹੋ ਜਾਂਦੀ, ਮੈਨੂੰ ਲੈਣੇ ਦੇ ਦੇਣੇ ਪੈ ਜਾਂਦੇ। ਮੈਂ ਉਸ ਦੇ ਕੰਬਦੇ ਹੋਏ ਸਰੀਰ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਅਤੇ ਆਪਣੇ ਸਰੀਰ ਦੀ ਗਰਮੀ ਦੇ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਰਕ ਨਹੀਂ ਪਿਆ। ਅਗਲੇ ਹੀ ਪਲ ਉਹ ਬੇਹੋਸ਼ ਹੋ ਕੇ ਮੇਰੀਆਂ ਬਾਹਾਂ ਦੇ ਵਿੱਚ ਡਿੱਗ ਪਈ ਅਤੇ ਮੈਂ ਪਰੇਸ਼ਾਨ ਹੋ ਗਿਆ। ਮੈਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਆਰਤੀ, ਉੱਠੋ, ਕੀ ਹੋ ਗਿਆ ਹੈ ਤੁਹਾਨੂੰ? ਪਰ ਆਰਤੀ ਨੂੰ ਹੋਸ਼ ਨਹੀਂ ਆ ਰਿਹਾ ਸੀ। ਮੈਂ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਚੱਕਿਆ ਤੇ ਅੱਗੇ ਵਧਣ ਲੱਗਿਆ। ਕੁਝ ਦੂਰ ਤੁਰਨ ਤੋਂ ਬਾਅਦ ਮੈਨੂੰ ਦਰਖਤਾਂ ਦੇ ਹੇਠਾਂ ਇੱਕ ਝੌਂਪੜੀ ਦਿਖਾਈ ਦਿੱਤੀ। ਮੈਂ ਆਰਤੀ ਨੂੰ ਉਸ ਝੌਂਪੜੀ ਦੇ ਵਿੱਚ ਲਿਜਾ ਕੇ ਇੱਕ ਮੰਜੇ ਤੇ ਪਾ ਦਿੱਤਾ। ਇਸ ਝੌਂਪੜੀ ਦੇ ਵਿੱਚ ਇੱਕ ਟੁੱਟਿਆ ਹੋਇਆ ਮੰਜਾ ਤੇ ਕੁਝ ਬਰਤਨ ਪਏ ਹੋਏ ਸਨ। ਸ਼ਾਇਦ ਇੱਥੇ ਕੋਈ ਰਹਿੰਦਾ ਸੀ, ਪਰ ਇਸ ਸਮੇਂ ਫਿਲਹਾਲ ਝੌਂਪੜੀ ਬਿਲਕੁਲ ਖਾਲੀ ਸੀ। ਉਸ ਦੇ ਸਾਹ ਰੁਕ ਰਹੇ ਸਨ, ਉਸ ਦੇ ਬੁੱਲ ਨੀਲੇ ਪੈ ਗਏ ਸਨ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿਵੇਂ ਮੈਂ ਆਰਤੀ ਦੀ ਜਾਨ ਬਚਾਵਾਂ। ਹੁਣ ਮੇਰੇ ਕੋਲ ਇੱਕ ਹੀ ਰਾਹ ਸੀ। ਮੇਰਾ ਇਹ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ, ਪਰ ਹਾਲਾਤਾਂ ਨੇ ਮੈਨੂੰ ਮਜਬੂਰ ਕਰ ਦਿੱਤਾ। ਮੈਂ ਆਪਣੀ ਸ਼ਰਟ ਉਤਾਰ ਕੇ ਸਾਈਡ ਤੇ ਰੱਖ ਦਿੱਤੀ ਅਤੇ ਮੈਂ ਉਸ ਦੇ ਨੇੜੇ ਹੋ ਗਿਆ। ਮੈਂ ਉਸ ਦੇ ਸਰੀਰ ਨੂੰ ਆਪਣੇ ਸਰੀਰ ਦੀ ਗਰਮੀ ਦੇ ਕੇ ਉਸ ਦੀ ਜਾਨ ਬਚਾਉਣਾ ਚਾਹੁੰਦਾ ਸੀ। ਜਦੋਂ ਆਰਤੀ ਦਾ ਨਰਮ ਸਰੀਰ ਮੇਰੇ ਸਰੀਰ ਦੇ ਨਾਲ ਟਕਰਾਇਆ ਤਾਂ ਮੇਰੇ ਪੂਰੇ ਸਰੀਰ ਦੇ ਵਿੱਚ ਬਿਜਲੀ ਜਿਹੀ ਦੌੜ ਗਈ ਸੀ। ਮੈਂ ਅੱਖਾਂ ਬੰਦ ਕਰ ਲਈਆਂ, ਆਪਣੇ ਆਪ ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ। ਮੈਂ ਉਸ ਨੂੰ ਗਰਮੀ ਦਿੰਦੇ ਦਿੰਦੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਉਸ ਦੇ ਨਾਲ ਗਲਤ ਕਰ ਚੁੱਕਿਆ ਸੀ। ਸਵੇਰੇ ਤੱਕ ਆਰਤੀ ਨੂੰ ਹੋਸ਼ ਆ ਗਿਆ। ਮੈਂ ਇੱਕ ਕੋਨੇ ਦੇ ਵਿੱਚ ਬੈਠਾ ਸੀ। ਉਸ ਦੇ ਰੋਣ ਦੇ ਕਾਰਨ ਮੇਰੀ ਅੱਖ ਖੁੱਲ ਗਈ। ਆਰਤੀ ਗੋਡਿਆਂ ਦੇ ਵਿੱਚ ਸਿਰ ਦੇ ਕੇ ਰੋ ਰਹੀ ਸੀ। ਉਸ ਦੇ ਵਾਲ ਖਿੰਡੇ ਹੋਏ ਸਨ। ਜਦੋਂ ਮੇਰੀਆਂ ਨਜ਼ਰਾਂ ਉਸ ਦੇ ਨਾਲ ਮਿਲੀਆਂ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਮੇਰੇ ਲਈ ਨਫ਼ਰਤ ਸੀ। ਉਸ ਨੇ ਕਿਹਾ, ਤੁਸੀਂ ਮੇਰੇ ਨਾਲ ਕੀ ਕੀਤਾ ਹੈ? ਮੈਨੂੰ ਸੱਚ-ਸੱਚ ਦੱਸੋ, ਤੁਸੀਂ ਮੇਰੇ ਨਾਲ ਗਲਤ ਕੀਤਾ ਹੈ ਨਾ? ਮੈਂ ਕਿਹਾ, ਨਹੀਂ ਆਰਤੀ, ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਮੈਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਕੀਤਾ। ਪਰ ਮੈਂ ਜਾਣਦਾ ਸੀ ਕਿ ਉਹ ਸਭ ਕੁਝ ਸਮਝ ਚੁੱਕੀ ਸੀ, ਪਰ ਫਿਰ ਵੀ ਮੈਂ ਝੂਠ ਬੋਲਣ ਦੀ ਕੋਸ਼ਿਸ਼ ਕੀਤੀ। ਉਸ ਨੇ ਇੱਕਦਮ ਅੱਗੇ ਵਧ ਕੇ ਮੇਰਾ ਕਾਲਰ ਫੜ ਲਿਆ। ਕਹਿਣ ਲੱਗੀ, ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੀ। ਮੈਂ ਸਭ ਨੂੰ ਦੱਸ ਦਿਆਂਗੀ ਕਿ ਤੁਸੀਂ ਮੇਰੇ ਨਾਲ ਕੀ ਕੀਤਾ ਹੈ। ਤੁਸੀਂ ਮੇਰੀ ਮਜਬੂਰੀ ਦਾ ਫਾਇਦਾ ਚੱਕਿਆ। ਮੈਂ ਤਾਂ ਤੁਹਾਡੇ ਰਹਿਮ ਤੇ ਸੀ, ਪਰ ਤੁਸੀਂ ਮੈਨੂੰ ਬਰਬਾਦ ਕਰ ਦਿੱਤਾ। ਤੁਸੀਂ ਇੱਕ ਬਹੁਤ ਜ਼ਿਆਦਾ ਘਟੀਆ ਇਨਸਾਨ ਹੋ। ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੇਰਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ। ਅੱਜ ਤੱਕ ਕਦੇ ਵੀ ਮੇਰੇ ਨਾਲ ਕਿਸੇ ਨੇ ਇਸ ਤਰ੍ਹਾਂ ਗੱਲ ਨਹੀਂ ਕੀਤੀ ਸੀ ਅਤੇ ਹੁਣ ਇਹ ਮਾਮੂਲੀ ਜਿਹੀ ਲੜਕੀ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਇਹ ਭੁੱਲ ਗਿਆ ਸੀ ਕਿ ਮੈਂ ਉਸ ਦੇ ਨਾਲ ਕਿੰਨਾ ਗਲਤ ਕੀਤਾ ਹੈ, ਕਿਉਂਕਿ ਅਜੇ ਮੈਨੂੰ ਸਿਰਫ ਆਪਣੀ ਛੋਟੀ ਜਿਹੀ ਬੇਇੱਜ਼ਤੀ ਦਿਖਾਈ ਦੇ ਰਹੀ ਸੀ। ਮੈਂ ਗੁੱਸੇ ਦੇ ਨਾਲ ਉਸ ਦਾ ਮੂੰਹ ਫੜ ਲਿਆ ਅਤੇ ਕਿਹਾ ਕਿ ਜੋ ਕੁਝ ਵੀ ਹੋਇਆ ਹੈ ਉਸ ਨੂੰ ਗਲਤੀ ਸਮਝ ਕੇ ਭੁੱਲ ਜਾਓ, ਨਹੀਂ ਤਾਂ ਮੇਰੀ ਤਾਂ ਬਦਨਾਮੀ ਹੋਵੇਗੀ, ਪਰ ਤੁਹਾਡੀ ਉਸ ਤੋਂ ਵੀ ਜ਼ਿਆਦਾ ਬਦਨਾਮੀ ਹੋਵੇਗੀ। ਮੈਂ ਤਾਂ ਆਰਾਮ ਦੇ ਨਾਲ ਕਹਿ ਦਿਆਂਗਾ ਕਿ ਇਹ ਲੜਕੀ ਖੁਦ ਹੀ ਮੇਰੇ ਨਾਲ ਰਾਤ ਗੁਜ਼ਾਰਨ ਦੇ ਲਈ ਮੰਨੀ ਸੀ ਅਤੇ ਫਿਰ ਕੋਈ ਮੇਰੇ ਤੇ ਸ਼ੱਕ ਨਹੀਂ ਕਰੇਗਾ। ਮੈਂ ਉਸ ਨੂੰ ਡਰਾ ਦਿੱਤਾ। ਮੈਨੂੰ ਪਤਾ ਸੀ ਕਿ ਮੇਰੇ ਧਮਕਾਉਣ ਤੋਂ ਬਾਅਦ ਉਹ ਕਿਸੇ ਦੇ ਸਾਹਮਣੇ ਗੱਲ ਨਹੀਂ ਕਰੇਗੀ। ਸਵੇਰ ਤੱਕ ਕਾਲਜ ਵਾਲਿਆਂ ਨੇ ਸਾਨੂੰ ਖੁਦ ਹੀ ਲੱਭ ਲਿਆ ਸੀ ਅਤੇ ਅਸੀਂ ਵਾਪਸ ਆ ਚੁੱਕੇ ਸੀ। 2-3 ਦਿਨਾਂ ਦੇ ਲਈ ਸਾਨੂੰ ਕਾਲਜ ਤੋਂ ਛੁੱਟੀ ਮਿਲ ਗਈ ਸੀ, ਪਰ ਜਦੋਂ ਮੈਂ ਅਗਲੇ ਦਿਨ ਕਾਲਜ ਆਇਆ ਤਾਂ ਮੈਂ ਦੇਖਿਆ ਕਿ ਉਹ ਲੜਕੀ ਮੈਨੂੰ ਕਿਤੇ ਵੀ ਨਹੀਂ ਦਿਖ ਰਹੀ ਸੀ। ਮੈਂ ਕਾਫੀ ਸਮੇਂ ਤੱਕ ਇੱਧਰ-ਉੱਧਰ ਉਸ ਨੂੰ ਦੇਖਿਆ, ਪਰ ਉਸਦੇ ਕਿਸੇ ਦੋਸਤ ਦਾ ਵੀ ਕੁਝ ਪਤਾ ਨਹੀਂ ਸੀ। ਪਤਾ ਨਹੀਂ ਕਿਉਂ ਮੈਂ ਉਸ ਨੂੰ ਲੱਭਦਾ ਰਿਹਾ। ਸ਼ਾਇਦ ਜੋ ਰਿਸ਼ਤਾ ਮੇਰੇ ਅਤੇ ਉਸਦੇ ਵਿਚਕਾਰ ਜੁੜਿਆ ਸੀ, ਮੈਂ ਉਸ ਨੂੰ ਭੁਲਾ ਨਹੀਂ ਸਕਿਆ ਸੀ। ਮੈਂ ਕਾਫੀ ਸਮੇਂ ਤੱਕ ਉਸ ਨੂੰ ਲੱਭਦਾ ਰਿਹਾ। ਮੈਂ ਉਸ ਤੋਂ ਮਾਫੀ ਮੰਗਣਾ ਚਾਹੁੰਦਾ ਸੀ। ਮੈਂ ਉਸ ਦੇ ਨਾਲ ਗਲਤ ਕੀਤਾ ਸੀ ਅਤੇ ਸ਼ਾਇਦ ਉਹ ਮੈਨੂੰ ਮਾਫ ਕਰ ਦਿੰਦੀ। 3 ਦਿਨਾਂ ਤੋਂ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ। ਬਾਰ-ਬਾਰ ਅੱਖਾਂ ਬੰਦ ਕਰਦਾ ਤਾਂ ਮੈਨੂੰ ਉਸਦੇ ਹੀ ਖਿਆਲ ਆਉਣ ਲੱਗਦੇ ਸੀ। ਮੈਂ ਉਸਦੇ ਦੋਸਤ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਉੱਪਰ ਕਲਾਸ ਦੇ ਵਿੱਚ ਗਈ ਸੀ। ਸ਼ਾਇਦ ਉੱਥੇ ਹੀ ਉਹ ਹੋਵੇਗੀ। ਮੈਂ ਜਲਦੀ ਨਾਲ ਆਪਣਾ ਬੈਗ ਮੋਢੇ ਤੇ ਟੰਗਿਆ ਤੇ ਉੱਪਰ ਕਲਾਸ ਦੇ ਵੱਲ ਵਧਿਆ। ਜਿਵੇਂ ਹੀ ਮੈਂ ਕਲਾਸ ਦਾ ਦਰਵਾਜ਼ਾ ਖੋਲ੍ਹਿਆ, ਪੂਰੀ ਕਲਾਸ ਖਾਲੀ ਸੀ, ਪਰ ਉਹ ਇੱਕ ਕੋਨੇ ਵਾਲੀ ਸੀਟ ਤੇ ਬੈਠੀ ਸੀ ਅਤੇ ਰੋ ਰਹੀ ਸੀ। ਮੈਂ ਹੌਲੀ ਜਿਹੀ ਉਸਦੇ ਕੋਲ ਗਿਆ ਅਤੇ ਉਸਦਾ ਨਾਮ ਲੈ ਕੇ ਉਸਨੂੰ ਬੁਲਾਇਆ। ਉਸਨੇ ਇੱਕਦਮ ਤੋਂ ਮੈਨੂੰ ਦੇਖਿਆ ਤੇ ਜਲਦੀ ਨਾਲ ਆਪਣੇ ਹੰਝੂ ਸਾਫ਼ ਕਰਦੀ ਹੋਈ ਉੱਠੀ। ਉਸ ਦੀਆਂ ਅੱਖਾਂ ਦੇ ਵਿੱਚ ਮੇਰੇ ਲਈ ਨਫ਼ਰਤ ਸੀ। ਉਹ ਜਾਣ ਲੱਗੀ ਤਾਂ ਮੈਂ ਕਿਹਾ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਪਲੀਜ਼ ਮੇਰੀ ਗੱਲ ਸੁਣੋ। ਪਰ ਉਹ ਮੇਰੀ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਸੀ। ਮੈਂ
ਮੈਂ ਉਸਦਾ ਹੱਥ ਫੜ ਕੇ ਖਿੱਚਿਆ ਤਾਂ ਉਸਦਾ ਬੈਲੈਂਸ ਵਿਗੜ ਗਿਆ ਅਤੇ ਉਹ ਸਿੱਧਾ ਮੇਰੇ ਗਲ ਨਾਲ ਲੱਗ ਗਈ। ਉਸਨੇ ਅਗਲੇ ਹੀ ਪਲ ਮੈਨੂੰ ਆਪਣੇ ਆਪ ਤੋਂ ਦੂਰ ਧੱਕਾ ਦਿੱਤਾ ਅਤੇ ਕਹਿਣ ਲੱਗੀ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਮੈਨੂੰ ਛੂਹਣ ਦੀ। ਖਬਰਦਾਰ ਜੇਕਰ ਤੁਸੀਂ ਮੇਰੇ ਨੇੜੇ ਆਏ ਜਾਂ ਮੈਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਸਦੀ ਗਰਦਨ ਦੇਖੀ, ਉਸ ਤੇ ਹਜੇ ਵੀ ਨਿਸ਼ਾਨ ਬਣੇ ਹੋਏ ਸਨ। ਉਹ ਜਲਦੀ ਨਾਲ ਆਪਣਾ ਦੁਪੱਟਾ ਠੀਕ ਕਰਦੀ ਹੋਈ ਉੱਥੋਂ ਜਾਣ ਲੱਗੀ। ਮੈਂ ਕਿਹਾ, ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ। ਉਹ ਬੋਲੀ, ਮਾਫੀ ਗਲਤੀਆਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ। ਜਿੰਨਾ ਵੱਡਾ ਗੁਨਾਹ ਤੁਸੀਂ ਮੇਰੇ ਨਾਲ ਕੀਤਾ ਹੈ ਉਸ ਦੀ ਕੋਈ ਮਾਫੀ ਨਹੀਂ ਹੈ। ਤੁਸੀਂ ਇੱਥੋਂ ਜਾ ਸਕਦੇ ਹੋ। ਦੁਬਾਰਾ ਤੁਸੀਂ ਮੈਨੂੰ ਆਪਣੀ ਸ਼ਕਲ ਨਾ ਦਿਖਾਇਓ। ਜੇਕਰ ਤੁਸੀਂ ਦੁਬਾਰਾ ਤੋਂ ਮੈਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੀ ਜਾਨ ਲੈ ਲਵਾਂਗੀ। ਮੈਂ ਕਿਸ ਦਰਦ ਦੇ ਵਿੱਚੋਂ ਲੰਘ ਰਹੀ ਹਾਂ ਇਸ ਦਾ ਅੰਦਾਜ਼ਾ ਤੁਸੀਂ ਨਹੀਂ ਲਗਾ ਸਕਦੇ। ਇਹ ਕਹਿ ਕੇ ਉਹ ਲੜਕੀ ਉੱਥੋਂ ਰੋਂਦੀ ਹੋਈ ਚਲੀ ਗਈ। ਜੋ ਕੁਝ ਵੀ ਮੈਂ ਉਸ ਦੇ ਨਾਲ ਕੀਤਾ ਸੀ ਉਹ ਗਲਤ ਸੀ। ਬਾਰ-ਬਾਰ ਉਹ ਨਜ਼ਾਰੇ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗੇ। ਮੈਂ ਬਹੁਤ ਜ਼ਿਆਦਾ ਬੇਚੈਨ ਸੀ। ਹੁਣ ਤਾਂ ਸੌਂਦੇ ਵੀ ਮੈਨੂੰ ਉਸ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ ਅਤੇ ਮੈਂ ਇੱਕਦਮ ਉੱਠ ਕੇ ਬੈਠ ਜਾਂਦਾ। ਮੈਂ ਆਪਣੇ ਦੋਸਤ ਰੌਣਕ ਨੂੰ ਸਾਰੀਆਂ ਗੱਲਾਂ ਦੱਸੀਆਂ। ਉਸਨੇ ਸੁਣ ਕੇ ਅਫਸੋਸ ਕੀਤਾ, ਕਹਿਣ ਲੱਗਿਆ, ਜਰਕਵੀਰ, ਇਹ ਤੂੰ ਬਹੁਤ ਗਲਤ ਕੀਤਾ। ਉਹ ਲੜਕੀ ਤਾਂ ਬਹੁਤ ਸ਼ਰੀਫ ਹੈ ਅਤੇ ਤੁਸੀਂ ਉਸ ਦੀ ਇੱਜ਼ਤ ਖਰਾਬ ਕਰ ਦਿੱਤੀ। ਤੇਰੇ ਲਈ ਕੋਈ ਲੜਕੀਆਂ ਦੀ ਕਮੀ ਸੀ ਜੋ ਤੂੰ ਉਸ ਦੇ ਨਾਲ ਇਸ ਤਰ੍ਹਾਂ ਕੀਤਾ। ਮੈਂ ਸ਼ਰਮਿੰਦਾ ਹੋ ਕੇ ਨਜ਼ਰਾਂ ਝੁਕਾ ਲਈਆਂ। ਮੈਂ ਉਸ ਤੋਂ ਮਾਫੀ ਮੰਗਣਾ ਚਾਹੁੰਦਾ ਸੀ ਪਰ ਉਹ ਮੈਨੂੰ ਮਾਫ ਕਰਨ ਦੇ ਲਈ ਤਿਆਰ ਨਹੀਂ ਸੀ। ਸਾਡੇ ਪੇਪਰ ਸ਼ੁਰੂ ਹੋ ਗਏ ਸਨ ਅਤੇ ਸਭ ਕੁਝ ਅਸੀਂ ਭੁੱਲ ਭੁਲਾ ਕੇ ਪੜ੍ਹਾਈ ਦੇ ਵਿੱਚ ਲੱਗ ਗਏ। ਪਰ ਉਹ ਲੜਕੀ ਦੂਜੇ ਸਾਲ ਦੇ ਵਿੱਚ ਕਾਲਜ ਛੱਡ ਚੁੱਕੀ ਸੀ। ਮੈਨੂੰ ਨਹੀਂ ਪਤਾ ਕਿਉਂ ਪਰ ਉਹ ਕਾਲਜ ਨਹੀਂ ਆਉਂਦੀ ਸੀ। ਦੂਜੇ ਸਾਲ ਦੇ ਬਾਅਦ ਹੀ ਮੇਰੇ ਮੰਮੀ ਪਾਪਾ ਨੂੰ ਮੇਰੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਮੈਨੂੰ ਆਪਣੀ ਮੰਗੇਤਰ ਬਹੁਤ ਪਸੰਦ ਸੀ, ਇਸ ਕਰਕੇ ਮੈਂ ਵਿਆਹ ਤੋਂ ਮਨਾ ਨਹੀਂ ਕੀਤਾ। ਮੇਰੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋਣ ਲੱਗੀਆਂ। ਇਸ ਗੱਲ ਨੂੰ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਸਨ ਪਰ ਇਹਨਾਂ ਮਹੀਨਿਆਂ ਦੇ ਵਿੱਚ ਇੱਕ ਦਿਨ ਵੀ ਅਜਿਹਾ ਨਹੀਂ ਲੰਘਿਆ ਸੀ ਜਦੋਂ ਮੈਂ ਉਸ ਲੜਕੀ ਨੂੰ ਯਾਦ ਨਾ ਕੀਤਾ ਹੋਵੇ। ਮੈਂ ਤਾਂ ਆਪਣੇ ਵਿਆਹ ਦੇ ਵਿੱਚ ਠੀਕ ਤਰ੍ਹਾਂ ਖੁਸ਼ ਵੀ ਨਹੀਂ ਹੋ ਸਕਿਆ ਸੀ। ਹਾਲਾਂਕਿ ਮੈਂ ਆਪਣੀ ਮੰਗੇਤਰ ਦੇ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਅੱਜ ਮੇਰੀ ਮਹਿੰਦੀ ਦਾ ਫੰਕਸ਼ਨ ਸੀ। ਘਰ ਦੇ ਵਿੱਚ ਮਹਿਮਾਨ ਆਏ ਹੋਏ ਸਨ ਅਤੇ ਮਹਿੰਦੀ ਦੀਆਂ ਰਸਮਾਂ ਹੋ ਰਹੀਆਂ ਸਨ। ਮੈਂ ਜਿਵੇਂ ਹੀ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਹ ਸਾਹਮਣੇ ਲੌਬੀ ਦੇ ਵਿੱਚ ਖੜੀ ਸੀ। ਮੈਂ ਹੈਰਾਨੀ ਦੇ ਨਾਲ ਉਸਦੀ ਹਾਲਤ ਨੂੰ ਦੇਖ ਰਿਹਾ ਸੀ। ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਰਤੀ ਨੂੰ ਦੁਬਾਰਾ ਦੇਖ ਸਕਾਂਗਾ। ਉਸਨੇ ਆਪਣੇ ਉੱਤੇ ਇੱਕ ਚਾਦਰ ਲੈ ਰੱਖੀ ਸੀ ਪਰ ਉਸ ਚਾਦਰ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਲੁਕਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਸੀ। ਉਸ ਦਾ ਸਰੀਰ ਇਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਉਹ ਕਿਸ ਹਾਲਤ ਦੇ ਵਿੱਚ ਹੈ। ਜਦੋਂ ਉਸਨੇ ਮੈਨੂੰ ਦੇਖਿਆ ਤਾਂ ਉਹ ਰੋਂਦੀ ਹੋਈ ਮੇਰੇ ਨੇੜੇ ਆਈ, ਕਹਿਣ ਲੱਗੀ, ਕਬੀਰ, ਤੁਸੀਂ ਆਪਣੇ ਘਰ ਵਾਲਿਆਂ ਨੂੰ ਦੱਸੋ ਨਾ ਕਿ ਇਹ ਬੱਚਾ ਤੁਹਾਡਾ ਹੈ। ਮੈਂ ਕਦੋਂ ਤੋਂ ਤੁਹਾਨੂੰ ਲੱਭ ਰਹੀ ਸੀ ਪਰ ਤੁਸੀਂ ਮੈਨੂੰ ਕਿਤੇ ਨਹੀਂ ਮਿਲ ਰਹੇ ਸੀ। ਆਪਣੇ ਘਰ ਵਾਲਿਆਂ ਨੂੰ ਦੱਸੋ ਨਾ। ਜੋ ਉਸ ਰਾਤ ਸਾਡੇ ਵਿਚਕਾਰ ਹੋਇਆ ਸੀ ਮੈਂ ਕਿਤੋਂ ਦੀ ਨਹੀਂ ਰਹੀ ਸੀ। ਮੈਂ ਤੁਹਾਨੂੰ ਲੱਭ ਕੇ ਪਾਗਲ ਹੋ ਚੁੱਕੀ ਹਾਂ। ਮੇਰੇ ਤੇ ਰਹਿਮ ਕਰੋ। ਉਹ ਮੇਰੀ ਬਾਂਹ ਫੜ ਕੇ ਮੈਨੂੰ ਬਾਰ-ਬਾਰ ਕਹਿ ਰਹੀ ਸੀ, ਆਪਣੇ ਘਰ ਵਾਲਿਆਂ ਨੂੰ ਦੱਸੋ ਨਾ ਕਬੀਰ, ਤੁਸੀਂ ਮੇਰੇ ਨਾਲ ਕੀ ਕੀਤਾ ਸੀ। ਇਹ ਬੱਚਾ ਤੁਹਾਡਾ ਹੈ। ਜੋ ਕੁਝ ਵੀ ਹੋਇਆ ਉਸ ਦੇ ਵਿੱਚ ਸਾਰਾ ਦੋਸ਼ ਤੁਹਾਡਾ ਹੈ। ਮੇਰੀ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ। ਮੈਂ ਗੁਨੇਗਾਰ ਨਹੀਂ ਹਾਂ। ਮੈਂ ਬੁਰੀ ਲੜਕੀ ਨਹੀਂ ਹਾਂ। ਮੇਰੇ ਘਰ ਵਾਲਿਆਂ ਨੂੰ ਦੱਸੋ ਪਲੀਜ਼। ਉਹ ਰੋਂਦੀ ਹੋਈ ਮੈਨੂੰ ਇਹ ਸਭ ਕੁਝ ਕਹਿ ਰਹੀ ਸੀ ਪਰ ਮੈਂ ਚੁੱਪਚਾਪ ਉਸਦੇ ਵੱਲ ਦੇਖ ਰਿਹਾ ਸੀ। ਮੇਰੇ ਪਾਪਾ ਮੇਰੇ ਵੱਲ ਦੇਖ ਰਹੇ ਸਨ। ਕਹਿਣ ਲੱਗੇ, ਕਬੀਰ, ਇਹ 2 ਟਕੇ ਦੀ ਲੜਕੀ ਕੀ ਗੱਲ ਕਰ ਰਹੀ ਹੈ। ਤੁਹਾਡਾ ਇਸ ਦੇ ਨਾਲ ਕੀ ਸੰਬੰਧ ਹੈ। ਉਹ ਚੁੱਪਚਾਪ ਮੇਰੇ ਪਾਪਾ ਨੂੰ ਦੇਖਦੀ ਰਹੀ ਜਿਵੇਂ ਮੇਰੇ ਮੂੰਹੋਂ ਹਾਂ ਸੁਣਨ ਦੀ ਉਮੀਦ ਕਰ ਰਹੀ ਹੋਵੇ। ਕਬੀਰ, ਦੱਸੋ ਨਾ ਆਪਣੇ ਪਾਪਾ ਨੂੰ। ਉਹ ਸਖਤ ਸ਼ਬਦਾਂ ਦੇ ਵਿੱਚ ਬੋਲੀ। ਮੈਂ ਇਸ ਸਮੇਂ ਆਪਣੇ ਮੰਮੀ ਪਾਪਾ ਦੀਆਂ ਨਜ਼ਰਾਂ ਦੇ ਵਿੱਚ ਡਿੱਗਣਾ ਨਹੀਂ ਸੀ ਪਰ ਮੈਨੂੰ ਪਤਾ ਸੀ ਕਿ ਜੋ ਗੱਲ ਉਹ ਲੜਕੀ ਕਹਿ ਰਹੀ ਸੀ ਉਹ ਸੱਚ ਹੈ। ਉਹ ਰਾਤ ਮੈਂ ਕਿਵੇਂ ਭੁੱਲ ਸਕਦਾ ਸੀ। ਜੋ ਜ਼ੁਲਮ ਮੈਂ ਉਸ ਦੇ ਨਾਲ ਕੀਤਾ ਸੀ ਮੈਂ ਕਦੇ ਨਹੀਂ ਭੁੱਲ ਸਕਦਾ ਸੀ। ਉਹ ਰੋਂਦੀ ਰੋਂਦੀ ਕਹਿਣ ਲੱਗੀ, ਕਬੀਰ, ਮੈਂ ਮਰ ਜਾਵਾਂਗੀ। ਰੱਬ ਦਾ ਵਾਸਤਾ ਮੇਰੇ ਤੇ ਦਇਆ ਕਰੋ। ਤੁਹਾਨੂੰ ਪਤਾ ਹੈ ਨਾ ਕਿ ਇਹ ਬੱਚਾ ਤੁਹਾਡਾ ਹੀ ਹੈ। ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ। ਤੁਸੀਂ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਉਸ ਦੀਆਂ ਅੱਖਾਂ ਦੇ ਵਿੱਚ ਦੇਖ ਰਿਹਾ ਸੀ, ਉਸ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਪਰ ਮੈਂ ਇਸ ਗੱਲ ਨੂੰ ਕਿਵੇਂ ਸਵੀਕਾਰ ਕਰ ਲੈਂਦਾ। ਘਰ ਦੇ ਵਿੱਚ ਬਹੁਤ ਸਾਰੇ ਮਹਿਮਾਨ ਆਏ ਹੋਏ ਸਨ। ਮੇਰਾ ਵਿਆਹ ਹੋ ਰਿਹਾ ਸੀ। ਮੈਂ ਆਪਣੀ ਮੰਗੇਤਰ ਦੇ ਵੱਲ ਦੇਖਿਆ ਤੇ ਫਿਰ ਆਪਣੇ ਮਾਤਾ ਪਿਤਾ ਦੇ ਵੱਲ। ਉਹ ਉਮੀਦ ਭਰੀਆਂ ਨਜ਼ਰਾਂ ਦੇ ਨਾਲ ਮੈਨੂੰ ਹੀ ਦੇਖ ਰਹੇ ਸਨ ਜਿਵੇਂ ਮੈਂ ਹੁਣੇ ਹੀ ਇਸ ਲੜਕੀ ਦੀ ਗੱਲ ਨੂੰ ਨਕਾਰ ਦਿਆਂਗਾ। ਮੇਰਾ ਮਨ ਉਲਝਣ ਦੇ ਵਿੱਚ ਪੈ ਗਿਆ ਕਿ ਮੈਂ ਕੀ ਜਵਾਬ ਦੇਵਾਂ। ਉਹ ਕਹਿਣ ਲੱਗੀ, ਬੋਲੋ ਨਾ ਕਬੀਰ, ਮੈਂ ਸੱਚ ਬੋਲ ਰਹੀ ਹਾਂ। ਸਾਰਿਆਂ ਨੂੰ ਹਕੀਕਤ ਦੱਸੋ। ਉਹ ਆਪਣੇ ਢਿੱਡ ਤੇ ਹੱਥ ਰੱਖ ਕੇ ਬੱਚੇ ਦੀਆਂ ਕਸਮਾਂ ਪਾ ਰਹੀ ਸੀ। ਉਸ ਦੇ ਪੇਟ ਦੇ ਵਿੱਚ ਮੇਰਾ ਹੀ ਬੱਚਾ ਪਲ ਰਿਹਾ ਸੀ ਪਰ ਮੈਂ ਕਿਸ ਮੂੰਹ ਦੇ ਨਾਲ ਇਸ ਗੱਲ ਤੋਂ ਇਨਕਾਰ ਕਰ ਸਕਦਾ ਸੀ। ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਹੋਣ ਲੱਗੀ। ਮੈਂ ਕਿਵੇਂ ਆਪਣੇ ਬੱਚੇ ਤੋਂ ਇਨਕਾਰ ਕਰ ਸਕਦਾ ਸੀ ਪਰ ਅਚਾਨਕ ਹੀ ਮੈਂ ਉਸ ਤੋਂ 2 ਕਦਮ ਪਿੱਛੇ ਹਟ ਗਿਆ। ਉਹ ਡਰ ਗਈ। ਪਲੀਜ਼ ਕਬੀਰ, ਇਹ ਨਾ ਕਿਹੋ
ਕਿ ਇਹ ਬੱਚਾ ਤੁਹਾਡਾ ਨਹੀਂ ਹੈ, ਮੈਂ ਮਰ ਜਾਵਾਂਗੀ, ਮੇਰੇ ਘਰ ਵਾਲੇ ਮੈਨੂੰ ਮਾਰ ਦੇਣਗੇ। ਮੈਂ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਮੇਰੇ ਨਾਲ ਗਲਤ ਕੀਤਾ ਸੀ, ਮੇਰੀ ਕੋਈ ਗਲਤੀ ਨਹੀਂ ਸੀ। ਮੈਂ ਆਪਣੇ ਘਰ ਵਾਲਿਆਂ ਨੂੰ ਬਹੁਤ ਮੁਸ਼ਕਲ ਦੇ ਨਾਲ ਮਨਾਇਆ ਹੈ ਕਿ ਮੈਂ ਤੁਹਾਨੂੰ ਉਹਨਾਂ ਦੇ ਸਾਹਮਣੇ ਲਿਆ ਕੇ ਖੜਾ ਕਰਾਂਗੀ। ਉਹ ਖੁਦ ਆਪਣੇ ਮੂੰਹੋਂ ਸਾਰੀ ਸੱਚਾਈ ਦੱਸ ਦੇਵੇਗਾ ਕਿ ਜੋ ਕੁਝ ਵੀ ਹੋਇਆ ਸੀ ਉਸ ਦੇ ਵਿੱਚ ਮੇਰੀ ਮਰਜ਼ੀ ਸ਼ਾਮਿਲ ਨਹੀਂ ਸੀ। ਪਲੀਜ਼ ਕਬੀਰ, ਮੈਨੂੰ ਬਚਾ ਲਓ, ਇਸ ਬੱਚੇ ਨੂੰ ਬਚਾ ਲਓ, ਮੇਰੇ ਘਰ ਵਾਲੇ ਮੈਨੂੰ ਮਾਰ ਦੇਣਗੇ, ਇਸ ਬੱਚੇ ਨੂੰ ਵੀ ਮਾਰ ਦੇਣਗੇ। ਉਹ ਰੋਂਦੀ ਰੋਂਦੀ ਇਹ ਕਹਿ ਰਹੀ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੇਰੇ ਪਾਪਾ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਕਬੀਰ ਤੁਸੀਂ ਦੱਸੋ ਨਾ, ਚੁੱਪ ਕਿਉਂ ਹੋ? ਇਹ ਲੜਕੀ ਝੂਠ ਬੋਲ ਰਹੀ ਹੈ ਨਾ, ਅੱਜ ਤੁਹਾਡਾ ਵਿਆਹ ਹੈ, ਇਹ ਤੁਸੀਂ ਕੀ ਤਮਾਸ਼ਾ ਬਣਾ ਰੱਖਿਆ ਹੈ? ਅਤੇ ਫਿਰ ਮੈਂ ਥੋੜਾ ਜਿਹਾ ਮੂੰਹ ਨੂੰ ਖੋਲਿਆ ਸੀ। ਮੈਂ ਕਿਹਾ, ਪਾਪਾ ਮੈਂ ਇਸ ਲੜਕੀ ਨੂੰ ਨਹੀਂ ਜਾਣਦਾ, ਮੈਂ ਤਾਂ ਕਦੇ ਇਸ ਨੂੰ ਦੇਖਿਆ ਵੀ ਨਹੀਂ। ਆਰਤੀ ਦੇ ਲਈ ਜਿਵੇਂ ਉਸ ਦੇ ਸਿਰ ਤੇ ਪਹਾੜ ਟੁੱਟ ਪਿਆ ਸੀ। ਕਬੀਰ ਇਸ ਤਰ੍ਹਾਂ ਨਾ ਕਹੋ, ਇਹ ਬੱਚਾ ਤੁਹਾਡਾ ਹੈ, ਤੁਸੀਂ ਕਿਉਂ ਆਪਣੀ ਗੱਲ ਤੋਂ ਮੁੱਕਰ ਰਹੇ ਹੋ? ਮੇਰੇ ਪਾਪਾ ਅੱਗੇ ਵਧੇ, ਉਹਨਾਂ ਨੇ ਆਰਤੀ ਨੂੰ ਇੱਕ ਜ਼ੋਰਦਾਰ ਧੱਕਾ ਦਿੱਤਾ। ਦੂਰ ਰਹੋ ਮੇਰੇ ਬੇਟੇ ਤੋਂ, ਆਪਣੀ ਗੰਦਗੀ ਸਾਡੇ ਖਾਨਦਾਨ ਤੇ ਥੋਪਣ ਦੀ ਜ਼ਰੂਰਤ ਨਹੀਂ ਹੈ। ਪਾਪਾ ਦੇ ਧੱਕਾ ਦਿੰਦੇ ਹੀ ਆਰਤੀ ਫਰਸ਼ ਤੇ ਡਿੱਗ ਗਈ ਸੀ। ਸ਼ਾਇਦ ਉਸਨੂੰ ਸੱਟ ਲੱਗੀ ਸੀ ਕਿਉਂਕਿ ਉਹ ਦਰਦ ਦੇ ਨਾਲ ਚੀਕਣ ਲੱਗੀ ਸੀ। ਉਹ ਆਪਣੇ ਪੇਟ ਤੇ ਹੱਥ ਰੱਖ ਕੇ ਚੀਕਣ ਲੱਗੀ। ਮੈਂ ਫਰਸ਼ ਨੂੰ ਦੇਖ ਰਿਹਾ ਸੀ ਜਿੱਥੇ ਖੂਨ ਫੈਲ ਗਿਆ ਸੀ। ਮੇਰੇ ਦਿਲ ਨੂੰ ਜਿਵੇਂ ਕਿਸੇ ਨੇ ਮੁੱਠੀ ਦੇ ਵਿੱਚ ਦੱਬ ਲਿਆ ਸੀ ਅਤੇ ਫਿਰ ਮੈਂ ਅਚਾਨਕ ਹੀ ਉਸ ਦਾ ਨਾਮ ਪੁਕਾਰਿਆ ਸੀ। ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਮੈਂ ਇੰਨਾ ਬੇਰਹਿਮ ਨਹੀਂ ਸੀ। ਸਾਰੇ ਲੋਕ ਮੈਨੂੰ ਹੈਰਾਨ ਹੋ ਕੇ ਦੇਖ ਰਹੇ ਸਨ। ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਚੱਕਿਆ ਤੇ ਉਸਨੂੰ ਹਸਪਤਾਲ ਦੇ ਵੱਲ ਲੈ ਕੇ ਭੱਜ ਪਿਆ। ਬੇਹੋਸ਼ੀ ਦੀ ਹਾਲਤ ਦੇ ਵਿੱਚ ਵੀ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ। ਮੈਂ ਪਹਿਲਾਂ ਵੀ ਇੱਕ ਗੁਨਾਹ ਕੀਤਾ ਸੀ, ਪਰ ਮੈਂ ਫਿਰ ਤੋਂ ਇੱਕ ਹੋਰ ਗੁਨਾਹ ਕਰ ਬੈਠਾ ਸੀ। ਸ਼ਾਇਦ ਹੁਣ ਤਾਂ ਮੈਂ ਮਾਫੀ ਦੇ ਕਾਬਿਲ ਵੀ ਨਹੀਂ ਰਿਹਾ ਸੀ। ਇੰਨੀਆਂ ਰਾਤਾਂ ਤੋਂ ਮੈਂ ਸੌਂ ਨਹੀਂ ਸਕਿਆ ਸੀ, ਕਿੰਨੀਆਂ ਰਾਤਾਂ ਤੋਂ ਮੈਂ ਬੇਚੈਨ ਸੀ ਅਤੇ ਉਸਦੀ ਵਜ੍ਹਾ ਇਹ ਸੀ ਕਿ ਇਹ ਲੜਕੀ ਬਹੁਤ ਤਕਲੀਫ ਦੇ ਵਿੱਚੋਂ ਲੰਘ ਰਹੀ ਸੀ। ਉਸਨੇ ਕਿਵੇਂ ਆਪਣੇ ਘਰ ਵਾਲਿਆਂ ਦਾ ਸਾਹਮਣਾ ਕੀਤਾ ਹੋਵੇਗਾ, ਕਿਵੇਂ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕੀਤਾ ਹੋਵੇਗਾ, ਇਹ ਸੋਚ ਕੇ ਹੀ ਮੇਰੇ ਰੌਂਗਟੇ ਖੜੇ ਹੋ ਰਹੇ ਸਨ। ਮੈਂ ਤਾਂ ਆਪਣੇ ਘਰ ਵਾਲਿਆਂ ਦਾ ਸਾਹਮਣਾ ਨਹੀਂ ਕਰ ਸਕਿਆ ਸੀ। ਫਿਰ ਉਹ ਤਾਂ ਇੱਕ ਲੜਕੀ ਸੀ। ਡਾਕਟਰ ਨੇ ਦੱਸਿਆ ਕਿ ਉਸ ਦੀ ਕੰਡੀਸ਼ਨ ਬਹੁਤ ਸੀਰੀਅਸ ਹੈ। ਉਹਨਾਂ ਦੇ ਪਤੀ ਕੌਣ ਹਨ? ਮੈਂ ਚੁੱਪਚਾਪ ਬੈਠਾ ਹੋਇਆ ਸੀ। ਮੈਂ ਕੁਝ ਵੀ ਬੋਲ ਨਹੀਂ ਸਕਿਆ ਸੀ। ਸਮਝ ਨਹੀਂ ਆ ਰਿਹਾ ਸੀ ਮੈਂ ਕਿਵੇਂ ਬੋਲਾਂ ਕਿ ਉਸ ਸਮੇਂ ਹੀ ਅਚਾਨਕ ਮੇਰੇ ਮੂੰਹ ਦੇ ਵਿੱਚੋਂ ਨਿਕਲਿਆ, ਮੈਂ ਹਾਂ ਇਸ ਦਾ ਪਤੀ। ਡਾਕਟਰ ਨੇ ਕਿਹਾ, ਦੇਖੋ ਉਸ ਦੀ ਹਾਲਤ ਬਹੁਤ ਖਰਾਬ ਹੈ, ਉਹਨਾਂ ਦੀ ਜਾਨ ਬਚਾਉਣਾ ਮੁਸ਼ਕਲ ਹੈ ਅਤੇ ਅਜੇ ਦੇ ਵਿੱਚ ਉਹਨਾਂ ਦੇ ਬੱਚੇ ਦੀ ਜਾਨ ਨੂੰ ਵੀ ਖਤਰਾ ਹੈ। ਮੈਂ ਹੈਰਾਨੀ ਦੇ ਨਾਲ ਡਾਕਟਰ ਦੇ ਵੱਲ ਦੇਖਦਾ ਰਿਹਾ। ਡਾਕਟਰ ਪਲੀਜ਼ ਉਸ ਨੂੰ ਬਚਾ ਲਓ, ਬੱਚੇ ਨੂੰ ਵੀ ਬਚਾ ਲਓ, ਜਿੰਨਾ ਵੀ ਪੈਸਾ ਲੱਗੇਗਾ ਮੈਂ ਸਭ ਕੁਝ ਦੇਣ ਦੇ ਲਈ ਤਿਆਰ ਹਾਂ, ਪਰ ਦੇਖੋ ਪਲੀਜ਼ ਮੇਰੀ ਪਤਨੀ ਅਤੇ ਬੱਚੇ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ। ਡਾਕਟਰ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਤਸੱਲੀ ਦਿੰਦੀ ਹੋਈ ਅੰਦਰ ਚਲੀ ਗਈ। ਮੈਂ ਬਾਹਰ ਬੈਠਾ ਰੋ ਰੋ ਕੇ ਪਰਮਾਤਮਾ ਤੋਂ ਆਰਤੀ ਅਤੇ ਉਸਦੇ ਬੱਚੇ ਦੇ ਠੀਕ ਹੋਣ ਦੀਆਂ ਦੁਆਵਾਂ ਮੰਗ ਰਿਹਾ ਸੀ। ਕੁਝ ਸਮੇਂ ਬਾਅਦ ਡਾਕਟਰ ਬਾਹਰ ਆਈ। ਉਹਨਾਂ ਦੇ ਹੱਥ ਦੇ ਵਿੱਚ ਕੰਬਲ ਦੇ ਵਿੱਚ ਲਪੇਟਿਆ ਹੋਇਆ ਇੱਕ ਬੱਚਾ ਸੀ। ਡਾਕਟਰ ਨੇ ਬੱਚੇ ਨੂੰ ਮੇਰੇ ਹੱਥ ਦੇ ਵਿੱਚ ਦਿੰਦੇ ਹੋਏ ਕਿਹਾ, ਵਧਾਈ ਹੋਵੇ ਤੁਹਾਨੂੰ ਬੇਟਾ ਹੋਇਆ ਹੈ। ਮੈਂ ਆਪਣੇ ਬੱਚੇ ਦੇ ਵੱਲ ਦੇਖਿਆ ਤੇ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਉਹ ਬਿਲਕੁਲ ਮੇਰੀ ਕਾਪੀ ਲੱਗ ਰਿਹਾ ਸੀ। ਮੈਂ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ ਕਿ ਇਸ ਦੀ ਮਾਂ ਤਾਂ ਡਾਕਟਰ ਨੇ ਕਿਹਾ ਕਿ ਇਸ ਦੀ ਮਾਂ ਬਹੁਤ ਸੀਰੀਅਸ ਹੈ, ਤੁਹਾਨੂੰ ਆਖਰੀ ਵਾਰ ਆਪਣੀ ਵਾਈਫ ਨੂੰ ਜਾ ਕੇ ਮਿਲਣਾ ਚਾਹੀਦਾ ਹੈ। ਮੇਰਾ ਦਿਲ ਜਿਵੇਂ ਕਿਸੇ ਨੇ ਮੁੱਠੀ ਦੇ ਵਿੱਚ ਲੈ ਕੇ ਨਿਚੋੜ ਦਿੱਤਾ ਸੀ। ਮੈਂ ਉਹ ਬੱਚਾ ਰੌਣਕ ਨੂੰ ਫੜਾਇਆ ਅਤੇ ਜਲਦੀ ਦੇ ਨਾਲ ਰੂਮ ਦੇ ਵੱਲ ਵਧਿਆ। ਉਹ ਸਾਹਮਣੇ ਹੀ ਬੈੱਡ ਤੇ ਪਈ ਹੋਈ ਸੀ। ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ। ਉਹ ਲੰਬੇ ਲੰਬੇ ਸਾਹ ਲੈ ਰਹੀ ਸੀ। ਮੈਨੂੰ ਦੇਖਦੇ ਹੀ ਉਸਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ। ਮੈਂ ਉਸਦੇ ਕੋਲ ਜਾ ਕੇ ਬੈਠ ਗਿਆ ਤੇ ਉਸਦਾ ਹੱਥ ਫੜ ਲਿਆ। ਦੇਖੋ ਆਰਤੀ, ਮੈਂ ਤੁਹਾਨੂੰ ਸਵੀਕਾਰ ਕਰ ਲਵਾਂਗਾ, ਰੱਬ ਦਾ ਵਾਸਤਾ ਮੈਨੂੰ ਮਾਫ ਕਰ ਦਿਓ, ਸਭ ਕੁਝ ਠੀਕ ਹੋ ਜਾਵੇਗਾ, ਤੁਸੀਂ ਹਿੰਮਤ ਨਾ ਹਾਰੋ, ਤੁਹਾਨੂੰ ਸਾਡੇ ਬੱਚੇ ਦੇ ਲਈ ਜਿਉਣਾ ਪਵੇਗਾ, ਅਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ, ਸਭ ਕੁਝ ਇੱਕ ਬੁਰੇ ਸੁਪਨੇ ਦੀ ਤਰ੍ਹਾਂ ਭੁੱਲ ਜਾਵਾਂਗੇ, ਬਸ ਮੈਨੂੰ ਮਾਫ ਕਰ ਦਿਓ ਅਤੇ ਠੀਕ ਹੋ ਜਾਓ। ਉਹ ਮੁਸ਼ਕਲ ਦੇ ਨਾਲ ਬੋਲੀ, ਮੈਨੂੰ ਕੁਝ ਨਹੀਂ ਚਾਹੀਦਾ ਕਬੀਰ, ਬਸ ਬੱਚੇ ਦਾ ਖਿਆਲ ਰੱਖਿਓ। ਤੁਸੀਂ ਮੈਨੂੰ ਬਹੁਤ ਤਕਲੀਫ ਦਿੱਤੀ, ਜੇਕਰ ਤੁਸੀਂ ਮੈਨੂੰ ਦੁਨੀਆ ਵਾਲਿਆਂ ਦੇ ਸਾਹਮਣੇ ਜਿਉਂਦੇ ਜੀ ਬੇਗੁਨਾਹ ਸਾਬਿਤ ਕਰ ਦਿੰਦੇ ਤਾਂ ਮੈਨੂੰ ਮਰਦੇ ਹੋਏ ਇੰਨੀ ਤਕਲੀਫ ਨਾ ਹੁੰਦੀ। ਕਾਸ਼ ਤੁਸੀਂ ਮੇਰੇ ਘਰ ਵਾਲਿਆਂ ਨੂੰ ਦੱਸ ਦਿੰਦੇ ਕਿ ਉਸ ਰਾਤ ਜੋ ਕੁਝ ਵੀ ਹੋਇਆ ਉਸ ਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਸੀ। ਉਹ ਮੁਸ਼ਕਲ ਦੇ ਨਾਲ ਅੜਕ ਕੇ ਬੋਲ ਰਹੀ ਸੀ। ਮੈਂ ਉਸਦਾ ਹੱਥ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਮੈਂ ਕਿਹਾ, ਦੇਖੋ ਤੁਹਾਨੂੰ ਕੁਝ ਨਹੀਂ ਹੋਵੇਗਾ, ਮੈਂ ਤੁਹਾਨੂੰ ਕੁਝ ਨਹੀਂ ਹੋਣ ਦਿਆਂਗਾ। ਮੈਂ ਤਾਂ ਤੁਹਾਨੂੰ ਝੂਠ ਬੋਲਦਾ ਆਇਆ ਹਾਂ ਅਤੇ ਸ਼ਾਇਦ ਆਪਣੇ ਆਪ ਨੂੰ ਵੀ ਝੂਠ ਬੋਲਦਾ ਆਇਆ ਹਾਂ ਕਿ ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਸੱਚ ਤਾਂ ਇਹ ਹੈ ਕਿ ਮੈਂ ਤੁਹਾਨੂੰ ਇੱਕ ਪਲ ਦੇ ਲਈ ਵੀ ਨਹੀਂ ਭੁੱਲਿਆ। ਮੈਂ ਹਮੇਸ਼ਾ ਤੁਹਾਨੂੰ ਯਾਦ ਕੀਤਾ ਸੀ, ਤੁਹਾਡੀ ਯਾਦ ਦੇ ਵਿੱਚ ਤੜਫਦਾ ਸੀ, ਰਾਤਾਂ ਨੂੰ ਰੋਇਆ ਕਰਦਾ ਸੀ। ਅੱਜ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਮੈਂ ਤਾਂ ਤੁਹਾਡੇ ਨਾਲ ਪਿਆਰ ਕਰ ਬੈਠਾ ਸੀ। ਪਲੀਜ਼ ਮੈਨੂੰ ਇਸ ਤਰ੍ਹਾਂ ਛੱਡ ਕੇ
ਨਾ ਜਾਓ, ਮੈਂ ਤੁਹਾਡੇ ਬਿਨਾਂ ਮਰ ਜਾਵਾਂਗਾ। ਪਰ ਸਭ ਕੁਝ ਖਤਮ ਹੋ ਚੁੱਕਿਆ ਸੀ। ਮੇਰੀ ਮੁੱਠੀ ਦੇ ਵਿੱਚੋਂ ਸਮਾਂ ਰੇਤ ਦੀ ਤਰ੍ਹਾਂ ਨਿਕਲ ਗਿਆ ਸੀ। ਮੈਂ ਖਾਲੀ ਹੱਥ ਰਹਿ ਗਿਆ ਸੀ। ਉਸ ਦੇ ਸਾਹ ਰੁਕ ਗਏ ਸਨ। ਉਸ ਦਾ ਪੂਰਾ ਸਰੀਰ ਠੰਡਾ ਪੈ ਚੁੱਕਿਆ ਸੀ। ਮੈਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਨਹੀਂ ਉੱਠੀ। ਉਹ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਸੀ। ਉਹ ਮੇਰੇ ਲਈ ਸਿਰਫ ਇੱਕ ਅਣਜਾਣ ਲੜਕੀ ਸੀ, ਪਰ ਹੁਣ ਉਹ ਮੇਰੀ ਸਭ ਕੁਝ ਬਣ ਚੁੱਕੀ ਸੀ। ਮੇਰਾ ਦਿਲ ਟੁੱਟ ਰਿਹਾ ਸੀ। ਉਸ ਦਿਨ ਮੈਂ ਚੀਕਾਂ ਮਾਰ ਮਾਰ ਕੇ ਰੋਇਆ ਸੀ। ਰੌਣਕ ਮੈਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਸਦੇ ਮਾਤਾ ਪਿਤਾ ਨੂੰ ਸੱਚਾਈ ਦੱਸ ਦਿੱਤੀ ਅਤੇ ਆਪਣੇ ਘਰ ਵਾਲਿਆਂ ਨੂੰ ਵੀ, ਪਰ ਮੈਂ ਅਜੇ ਵੀ ਇਸ ਪਛਤਾਵੇ ਦੇ ਵਿੱਚੋਂ ਨਿਕਲ ਨਹੀਂ ਸਕਿਆ ਸੀ ਕਿ ਇੱਕ ਭੋਲੀ ਭਾਲੀ ਲੜਕੀ ਦੀ ਮੇਰੇ ਕਰਕੇ ਜਾਨ ਚਲੀ ਗਈ। ਉਹ ਕਿੰਨੀ ਤਕਲੀਫ ਦੇ ਵਿੱਚੋਂ ਲੰਘਦੀ ਰਹੀ। ਮੇਰਾ ਵਿਆਹ ਮੇਰੀ ਮੰਗੇਤਰ ਸੁਨੈਨਾ ਦੇ ਨਾਲ ਹੋ ਗਿਆ ਸੀ। ਸੁਨੈਨਾ ਬਹੁਤ ਚੰਗੀ ਲੜਕੀ ਸੀ। ਉਸਨੇ ਮੇਰੇ ਬੱਚੇ ਨੂੰ ਦਿਲ ਤੋਂ ਅਪਣਾਇਆ ਸੀ। ਉਸ ਨੂੰ ਉਸ ਤਰ੍ਹਾਂ ਹੀ ਪਿਆਰ ਕਰਦੀ ਸੀ ਜਿਵੇਂ ਇੱਕ ਮਾਂ ਆਪਣੇ ਸਕੇ ਬੱਚੇ ਦੇ ਨਾਲ ਪਿਆਰ ਕਰਦੀ ਹੈ। ਪਰ ਮੈਂ ਆਪਣੀ ਗਲਤੀ ਤੇ ਪਛਤਾਵੇ ਦੇ ਵਿੱਚੋਂ ਨਿਕਲ ਨਹੀਂ ਸਕਿਆ ਸੀ। ਹਰ ਰਾਤ ਦਰਦ ਦੇ ਵਿੱਚੋਂ ਲੰਘਦੇ ਹੋਏ ਮੇਰੀ ਹਾਲਤ ਅਜੀਬ ਹੁੰਦੀ ਜਾ ਰਹੀ ਸੀ। ਮੈਂ ਰੋਜ਼ ਰਾਤਾਂ ਨੂੰ ਰੋ ਰੋ ਕੇ ਪ੍ਰਮਾਤਮਾ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਸੀ। ਮੇਰੀ ਹਾਲਤ ਨੂੰ ਦੇਖ ਕੇ ਸੁਨੈਨਾ ਪਰੇਸ਼ਾਨ ਹੋ ਗਈ ਸੀ। ਉਹ ਮੈਨੂੰ ਸਮਝਾਉਂਦੀ ਕਿ ਕਬੀਰ, ਆਪਣੇ ਆਪ ਨੂੰ ਸੰਭਾਲੋ। ਜੋ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆ ਸਕਦਾ। ਤੁਸੀਂ ਇੰਨੇ ਪਿਆਰ ਦੇ ਨਾਲ ਅਤੇ ਦਿਲੋਂ ਮਾਫੀ ਮੰਗਦੇ ਹੋ, ਜ਼ਰੂਰ ਪਰਮਾਤਮਾ ਨੇ ਤੁਹਾਨੂੰ ਮਾਫ ਕਰ ਦਿੱਤਾ ਹੋਵੇਗਾ। ਪਰ ਸੁਨੈਨਾ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਮੇਰੇ ਦਿਲ ਨੂੰ ਚੈਨ ਨਹੀਂ ਮਿਲਦਾ ਸੀ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।